आखिर क्यों 70वां आज़ादी दिहाड़ा इस मौके ते सिख भाईचारे नूं अपने बंदी ਸਿੰਘਾਂ ਦੀ रिहाई ਲਈ ਜਿਹੜੇ ਸਜ਼ਾਵਾਂ भी पूरियां कर चुके है उन्हां दी रिहाई ਲਈ इस दिन ਦੇ ਉੱਤੇ क्यों चुनिया गया। जिस देश की आज़ादी के वास्ते असी सब तो वध कुर्बानियां कीतियां, जे मैं अंकड़ियां वाले पासे जावां ते 121 बंदे फांसी चढ़े, 93 सिख आ। जे 2146 बंदे काले पानी गए तो उहदे विच 2647 काले पानी गए तो 2147 सिख आ। जे 500 बब्बरे अकाली शहीद होए तो 500 दे 500 सिख आ, जिन्हां टोडियां गदारां मुखबरां नूं सोधे लाए अंग्रेजां दे झोली चुक्कां नूं। जे 1300 भारती शहीद होया जलियांवाले बाग दे विच तां उहदे च 799 सिख आ। 90 कूके नामधारी सिख शहीद होए। 113 बज घाट ते बाबा गुरदित सिंह दी अगवाई उत्थे शहीद होए, जिन्हां च 67 सिख आ। गिणती साडी 1.5% होवे ते कुर्बानियां साडियां 90% दे करीब होण। भारत देश दी आज़ादी लई सब तो वड्डा पंजाब दी हिक ते लकीर वजी ते अद्धा लहिंदा पंजाब बन गया, अद्धा चढ़दा बन गया। जिस देश लई साडे सिखां ने कुर्बानियां कीतियां, सरदार भगत सिंह, सरदार करतार सिंह सराभा, सरदार उधम सिंह सुनाम, धन्ना सिंह बब्बर, बचिंत सिंह बब्बर, उस देश दे अंदर शर्म दी गल आ कि सानू अपने गुरु दी बेअदबी दा इंसाफ सड़कां ते मुजाहरे करके मंगना पै रिहा। ਸਾਡੇ ਜਿਹੜੇ ਪੋਲੀਟੀਕਲ ਲੀਡਰ ਬਣਦੇ ਰਹੇ, ਭਾਵੇਂ ਉਹ ਧਾਰਮਿਕ ਸੀਗੇ, ਭਾਵੇਂ ਉਹ ਕਿਸੇ ਰੂਪ ਦੇ ਵਿੱਚ ਸੀ, ਭਾਵੇਂ ਉਹਨਾਂ ਨੇ ਧਾਰਮਿਕ ਚੋਲਾ ਪਾ ਕੇ ਆਪਣੀ ਰਾਜਸੀ ਸ਼ਕਤੀ ਹਾਸਲ ਕੀਤੀ, ਉਹਨਾਂ ਦਾ ਮੇਨ ਮਨੋਰਥ ਕੋਈ ਧਾਰਮਿਕ ਤੌਰ ਤੇ ਪੰਜਾਬ ਦੇ ਵਿੱਚ ਲਾ ਲਓ ਜਾਂ ਬਾਹਰਲੇ ਪਾਸੇ ਲਾ ਲਓ, ਉਹਨਾਂ ਦਾ ਮੇਨ ਮਨੋਰਥ ਇਹ ਨਹੀਂ ਸੀ ਕਿ ਅਸੀਂ ਧਾਰਮਿਕ ਤੌਰ ਤੇ ਆਪਣੇ ਧਾਰਮਿਕ ਹਿੱਸੇ ਨੂੰ ਉਜਾਗਰ ਕਰਨਾ ਹੈ। ਮੈਂ ਇੱਕੋ ਗੱਲ ਕਹਿ ਸਕਦਾ ਕਿ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਉਹਨਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਦੀਆਂ ਅਖਬਾਰੀ ਸਟੇਟਮੈਂਟਾਂ ਪਈਆਂ ਕਿ ਜਗਤਾਰ ਸਿੰਘ ਹਵਾਰਾ ਇੱਕ ਖਤਰਨਾਕ ਅੱਤਵਾਦੀ ਹੈ। ਉਦੋਂ ਜਦੋਂ ਉਹ ਰਾਜ ਸੱਤਾ ਦੇ ਵਿੱਚ ਸੀਗੇ, ਉਦੋਂ ਜਗਤਾਰ ਸਿੰਘ ਹਵਾਰੇ ਨੂੰ ਖਤਰਨਾਕ ਅੱਤਵਾਦੀ ਦੱਸਦੇ ਰਹੇ, ਤੇ ਹੁਣ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਹੀ ਹੈ। ਜਿਵੇਂ ਦਾਦੂਵਾਲ ਸਾਹਿਬ ਨੇ ਕਿਹਾ ਕਿ ਦੋਹਰੇ ਮਾਪਦੰਡ, ਇਸ ਕਰਕੇ ਇਹ ਜਿਹੜੇ ਅੱਜ ਦੇ ਹਾਲਾਤ ਬਣੇ ਆ, ਇਹਨਾਂ ਹਾਲਾਤਾਂ ਦੇ ਪਿੱਛੇ ਉਹਨਾਂ ਨੇ ਚੋਲਾ ਤਾਂ ਧਾਰਮਿਕ ਪਾਇਆ ਹੋਇਆ ਸੀਗਾ, SGPC ਵੀ ਆਪਣੇ ਅੰਡਰ ਕੀਤੀ ਹੋਈ ਸੀ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਆਪਣੇ ਅੰਡਰ ਕੀਤਾ ਹੋਇਆ ਸੀ ਕਿ ਅਸੀਂ ਥੋੜੇ ਸਮੇਂ 'ਚ ਕੀਤੀ ਗੱਲ ਜਿਹੜੀ ਆ ਬਹੁਤੀ ਦੂਰ ਤੱਕ ਲਿਜਾ ਸਕਦੇ ਆ। ਅੱਜ ਤਾਂ ਜਿਹੜਾ ਇਹਨਾਂ ਨੇ ਸੱਦਾ ਦਿੱਤਾ ਮੋਰਚਾ ਸੰਚਾਲਕਾਂ ਨੇ, ਅਸੀਂ ਆਪਣਾ ਫਰਜ਼ ਸਮਝਦੇ ਹੋਏ ਪਿਛਲੇ ਦਿਨਾਂ 'ਚ ਜਥੇਦਾਰ ਹਵਾਰਾ ਸਾਹਿਬ ਵੱਲੋਂ ਸੁਨੇਹਾ ਆਇਆ, ਮੋਰਚਾ ਸੰਚਾਲਕਾਂ ਵੱਲੋਂ ਆਇਆ, ਤੇ ਅਸੀਂ ਪਹਿਲੇ ਦਿਨ 'ਚੋਂ ਹੀ ਇਸ ਮੋਰਚੇ ਦਾ ਸਮਰਥਨ ਕਰ ਰਹੇ ਹਾਂ। 7 ਜਨਵਰੀ ਤੋਂ ਜਦੋਂ ਤੋਂ ਇਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗਾ ਹੋਇਆ, ਅੱਜ ਤੁਸੀਂ ਦੇਖਿਆ ਹੋਵੇਗਾ ਕਿ 26 ਜਨਵਰੀ ਵਾਂਗੂ ਨਜ਼ਾਰਾ ਸੀਗਾ। ਅੱਜ ਸਰਕਾਰਾਂ ਦੇ ਕੀਤੇ ਇਕੱਠ ਜਿਹੜੇ ਸਰਕਾਰੀ ਤੌਰ ਤੇ ਇਸ ਇਕੱਠ ਦੇ ਸਾਹਮਣੇ ਫਿੱਕੇ ਪੈ ਗਏ ਆ। ਕੋਈ ਅਜਿਹੇ ਜਥੇਦਾਰ ਬਣਨ ਜਿਹੜੇ ਜਥੇਦਾਰ ਕਿਸੇ ਰਾਜਸੀ ਲੋਕਾਂ ਦੇ ਥੱਲੇ ਨਾ ਲੱਗਣ। ਮੈਂ ਸਮਝਦਾ ਕਿ ਇਹ ਬਹੁਤ ਛੋਟੇ ਮਸਲੇ ਜਿਨ੍ਹਾਂ ਦੇ ਲਈ ਅੱਜ ਸਾਨੂੰ ਸੜਕਾਂ ਦੇ ਉੱਤੇ ਰੁਲਣਾ ਪੈ ਰਿਹਾ ਹੈ, ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਭਾਵੇਂ ਉਹ ਪੰਜਾਬ ਸਰਕਾਰ ਹੈ, ਮੌਜੂਦਾ ਹੈ, ਪਹਿਲੀਆਂ ਸੀ, ਭਾਵੇਂ ਉਹ ਕੇਂਦਰ ਦੀ ਸਰਕਾਰ ਹੈ, ਕਿ ਆਹ ਪੰਚਾਇਤੀ ਚੋਣਾਂ ਤੁਹਾਡੇ ਸਾਹਮਣੇ ਹੈ ਜੀ। ਪੰਚਾਇਤੀ ਚੋਣਾਂ ਦਾ ਕਹਿੰਦੇ 2 ਘੰਟੇ ਵੀ ਲੇਟ ਨਹੀਂ ਹੋ ਸਕਦੀਆਂ, ਦੇਖ ਲਓ ਭੰਗ ਵੀ ਕਰਦੀਆਂ ਤੇ ਹੋਣ ਵੀ ਜਾ ਰਹੀਆਂ। ਲੇਕਿਨ ਸਿੱਖਾਂ ਦੀ ਸਭ ਤੋਂ ਵੱਡੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੇ ਵੱਡੇ ਲੰਬੇ ਸਮੇਂ ਤੋਂ ਲਟਕਾਈ ਜਾ ਰਹੀ ਹੈ। ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਨੁਕਸਾਨ ਵੀ ਸਿੱਖਾਂ ਦਾ ਹੋਇਆ, ਕੁਰਬਾਨੀਆਂ ਵੀ ਸਿੱਖਾਂ ਨੇ ਦਿੱਤੀਆਂ, ਪਰੰਤੂ ਜਿੰਨਾ ਹੱਕ ਬਣਦਾ ਸੀ ਉਹ ਆਗੂ ਮੌਕੇ 'ਤੇ ਵਾਅਦਾ ਕਰਕੇ ਮੁੱਕਰੇ। ਸੋ ਅੱਜ ਵੀ ਜਿਹੜੀ ਸਰਕਾਰਾਂ ਲਗਾਤਾਰ 1947 ਤੋਂ ਬਣ ਰਹੀਆਂ, ਸਾਡੇ ਨਾਲ ਵਿਤਕਰਾ ਕਰ ਰਹੀਆਂ। ਹੁਣ ਜਿਹੜਾ ਅੱਜ ਦਾ ਦਿਨ ਚੁਣਿਆ ਸੀ, ਅਸੀਂ ਜਿਹੜੇ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ, ਇਹ ਕੌਮ ਦੇ ਮੁੱਦੇ। 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਰਗਾੜੀ 'ਚ, ਉਹਦਾ ਇਨਸਾਫ ਨਹੀਂ ਮਿਲਿਆ। ਹਾਲਾਂਕਿ ਉਸ ਟਾਈਮ ਜਿਹੜੀ ਇੱਕ ਧਾਰਮਿਕ ਜਾਂ ਸਿੱਖਾਂ ਦੀ ਕਹੀਏ ਵੀ ਸਰਕਾਰ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਪਰੰਤੂ ਉਹਨਾਂ ਨੇ ਦੋਸ਼ੀਆਂ ਨੂੰ ਜਿਸ ਤਰ੍ਹਾਂ ਬਚਾਇਆ, ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਾਫੀ ਦਵਾਈ ਗਈ, ਇਸ ਕਰਕੇ ਇਨਸਾਫ ਨਹੀਂ ਮਿਲਿਆ। ਉਸ ਤੋਂ ਬਾਅਦ 3 ਸਰਕਾਰਾਂ ਬਦਲ ਚੁੱਕੀਆਂ, 4 ਮੁੱਖ ਮੰਤਰੀ ਬਣ ਚੁੱਕੇ,
ਪਰੰਤੂ ਕਿਸੇ ਨੇ ਵੀ ਇਸ ਪਾਸੇ ਗੌਰ ਨਾ ਕੀਤੀ। ਇਸ ਕਰਕੇ ਅਸੀਂ ਲਗਾਤਾਰ 7 ਮਹੀਨੇ 8 ਦਿਨ ਹੋ ਗਏ ਮੋਰਚਾ ਲਾਏ ਨੂੰ ਜੀ ਬਈ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜੀ ਇਹੋ ਜਿਹੀ ਆਜ਼ਾਦੀ ਤੋਂ ਸਿੱਖਾਂ ਨੇ ਕੀ ਲੈਣਾ? ਜਿਹੜੀ ਆਜ਼ਾਦੀ ਭਾਰਤ ਦੇ ਅੰਦਰ ਲਗਾਤਾਰ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਜੋ ਵਾਅਦੇ ਭਾਰਤ ਦੀ ਕਾਂਗਰਸ ਸਰਕਾਰ ਨੇ ਕੀਤੇ, ਉਹ ਵਾਅਦਿਆਂ ਤੋਂ ਲਗਾਤਾਰ ਸਰਕਾਰਾਂ ਮੁੱਕਰਦੀਆਂ ਆਈਆਂ। ਕੋਈ ਇੱਕ ਵਾਅਦਾ ਵੀ ਸਰਕਾਰ ਨੇ ਪੂਰਾ ਤਾਂ ਕੀ ਕਰਨਾ ਸੀ, ਸਗੋਂ 1955 ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਬਾੜੀ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ, ਹਰਮੰਦਰ ਸਾਹਿਬ ਦਾ ਅਪਮਾਨ ਕੀਤਾ, ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਹੋਇਆ ਸੀ। ਜਿਹੜਾ ਰੋਸ ਦਾ ਪ੍ਰਤੀਕ ਹੈ ਸਰਕਾਰਾਂ ਦੇ ਸਿਸਟਮ ਦੇ ਖਿਲਾਫ, ਤੇ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ, ਉਹੀ ਝੁੱਲਿਆ। ਮੋਹਾਲੀ 'ਚ ਇੱਕ ਵੀ ਕਿਸੇ ਇਮਾਰਤ ਤੇ ਕੇਸਰੀ ਝੰਡਾ ਨਹੀਂ ਦਿਖਿਆ। ਸੋ 80% ਮੈਂ ਗੱਲ ਕਰਾਂ, ਪੰਜਾਬੀਆਂ ਨੂੰ, ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਸਰਕਾਰਾਂ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ। ਉਹਦੇ ਸਿਸਟਮ ਦੇ ਖਿਲਾਫ ਇਹ ਫਤਵਾ ਦਿੱਤਾ ਜੀ ਜੀ। ਅੱਜ ਭਾਰਤ ਦੀ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ, ਉਹਨਾਂ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੈਂ ਪਿਛਲੇ ਸਮੇਂ ਦੇ ਵਿੱਚ ਤੇ ਗ੍ਰਹਿ ਮੰਤਰੀ ਨੂੰ, ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜਾ ਅਵਤਾਰ ਸਿੰਘ ਖੰਡਾ ਇੰਗਲੈਂਡ ਦੇ ਵਿੱਚ ਅਕਾਲ ਚਲਾਣਾ ਕਰ ਗਏ, ਉਹਦੇ ਪਿਤਾ ਜੀ ਵੀ ਪਹਿਲਾਂ ਸ਼ਹੀਦ ਹੋ ਚੁੱਕੇ ਨੇ, ਉਹਨਾਂ ਦੀ ਬਿਰਧ ਮਾਤਾ ਤੇ ਇੱਕ ਉਹਦੀ ਭੈਣ ਹੈ, ਉਹ ਵਿਦੇਸ਼ ਜਾ ਕੇ ਆਪਣੇ ਪੁੱਤਰ ਨੂੰ ਆਖਰੀ ਅਲਵਿਦਾ ਕਹਿਣਾ ਚਾਹੁੰਦੇ ਨੇ, ਤੇ ਤੁਸੀਂ ਉਹਨਾਂ ਨੂੰ ਵੀਜ਼ਾ ਦੇਣ ਦਾ ਯਤਨ ਕਰੋ। ਕਿੰਨੀ ਵੱਡੀ ਬੇਇਨਸਾਫੀ ਹੈ ਕਿ ਭਾਰਤ ਦੀ ਸਰਕਾਰ ਨੇ ਨਾ ਤਾਂ ਉਹਨਾਂ ਦੀ ਡੈੱਡ ਬੋਡੀ ਹਿੰਦੁਸਤਾਨ 'ਚ ਲੈ ਕੇ ਆਉਣ ਤੋਂ ਉਹਨਾਂ ਨੇ ਵੀ ਮਨਾਹੀ ਕੀਤੀ। ਭਾਰਤ ਦੀ ਸਰਕਾਰ ਨੇ ਇਹ ਕਹਿ ਦਿੱਤਾ ਕਿ ਜੀ ਇਹ ਸਾਡਾ ਸਿਟੀਜ਼ਨ ਨਹੀਂ ਹੈ। ਬਿਲਕੁਲ ਜਿਹੜਾ ਨਾਇਨਸਾਫੀ ਹੋਈ ਹੈ, ਔਰ ਉਹ ਨਾਇਨਸਾਫੀ ਜਿਹੜੀ ਹੈ, ਉਹਦਾ ਦਰਦ ਹੈ ਜਿਹੜਾ, ਉਹ ਸਭ ਤੋਂ ਪਹਿਲਾਂ ਵਾਜਪਾਈ ਸਾਹਿਬ ਨੇ ਸਮਝਿਆ। ਸਾਡੇ ਤੇ ਇਲਜ਼ਾਮ ਤਾਂ ਬਹੁਤ ਲੱਗਦੇ ਭਾਜਪਾ ਤੇ, ਪਰ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸ ਦਿੰਦਾ ਕਿ ਵਾਜਪਾਈ ਸਾਹਿਬ ਨੇ ਚਿੱਠੀ ਲਿਖੀ ਸੀ ਬਾਦਲ ਸਾਹਿਬ ਨੂੰ, ਕਿਉਂ ਨਾ ਬੰਦੀ ਸਿੰਘ ਛੱਡ ਦਿੱਤੇ ਜਾਣ। ਤਾਂ ਬਾਦਲ ਸਾਹਿਬ ਨੇ ਜਵਾਬ ਦਿੱਤਾ ਕਿ ਭਾਈ ਇਹਦੇ ਨਾਲ ਪੰਜਾਬ 'ਚ ਮਾਹੌਲ ਖਰਾਬ ਹੋਊਗਾ। ਇਹ ਔਨ ਰਿਕਾਰਡ ਹੈ। ਉਦੋਂ ਬਾਅਦ ਮੋਦੀ ਸਾਹਿਬ ਆ ਗਏ, ਤਾਂ 2020 ਦੇ ਵਿੱਚ ਮੋਦੀ ਸਾਹਿਬ ਨੇ ਨੋਟੀਫਿਕੇਸ਼ਨ ਕਰਤਾ, ਔਰ 12 ਦੇ ਕਰੀਬ ਮੇਰੇ ਖਿਆਲ 'ਚ ਪ੍ਰੋਪਰ ਮੇਰੇ ਕੋਲੇ ਡਾਟਾ ਸੀਗਾ, ਪਹਿਲਾਂ ਮੈਂ ਹੁਣ ਸਰਚ ਆਊਟ ਕਰ ਰਿਹਾ ਸੀ, ਹੈ ਨਹੀਂ ਸੀ ਨਾਮ ਸਾਰੇ, ਉਹ ਬੰਦੀ ਸਿੰਘ ਰਿਹਾ ਵੀ ਹੋਏ। ਬਾਕੀ ਜਿਹੜੇ ਨਹੀਂ ਰਿਹਾ ਹੋ ਪਾਏ, ਉਹ ਇੱਕ ਪ੍ਰੋਪਰ ਲਿਸਟ ਤਾਂ ਹੋਏਗੀ ਸਾਰੀ ਜਿਹੜੀ ਸੰਚਾਲਕਾਂ ਕੋਲੇ। ਉਹਦੇ ਜਿਹੜੇ ਕਾਰਨ ਕੀ ਆ ਉਹ ਤੁਹਾਡੇ ਦਰਸ਼ਕਾਂ ਨੂੰ ਪਤਾ ਹੋਣੇ ਚਾਹੀਦੇ। ਪਹਿਲਾ ਕਾਰਨ ਹੈ ਕਾਂਗਰਸ ਗਵਰਨਮੈਂਟ ਦੇ ਜਿਹੜੇ ਨੁਮਾਇੰਦੇ ਹੈ, ਜਿਨ੍ਹਾਂ ਤੇ ਕੇਸ ਹੈ, ਜਿਵੇਂ ਆਪਣੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਕੇਸ ਹੈ, ਦੂਜਿਆਂ ਤੇ ਕੇਸ ਹੈ, ਉਹ ਲੋਕ ਜਿਹੜੇ ਹੈਗੇ ਆ ਉਹ ਮੁੱਕਰ ਗਏ। ਪਹਿਲਾਂ ਉਹ ਕਿਸਾਨ ਅੰਦੋਲਨ ਵੇਲੇ ਕਹਿੰਦੇ ਸੀ ਕਿ ਅਸੀਂ ਤਾਂ ਜੀ ਕੇਸ ਵਾਪਸੀ ਲੈ ਲਾਂਗੇ, ਮੁੜ ਕੇ ਜਿਹੜੇ ਹੈਗੇ ਆ ਉਹ ਖੜੇ ਹੋ ਗਏ ਉਹਦੇ ਖਿਲਾਫ ਜਾ ਕੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ। ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੂਰਾ ਦੇਸ਼ 77ਵਾਂ ਆਜ਼ਾਦੀ ਦਿਹਾੜਾ ਸਮਾਰੋਹ ਮਨਾ ਰਿਹਾ ਹੈ। ਇਹ ਖੁਸ਼ੀਆਂ ਦਾ, ਨਵੇਂ ਸੁਨੇਹੇ ਦਾ, ਸਰਕਾਰਾਂ ਚਾਹੇ ਸੂਬੇ ਦੀਆਂ ਹੋਣ ਤੇ ਚਾਹੇ ਸਰਕਾਰਾਂ ਹੋਣ ਦੇਸ਼ ਦੀਆਂ, ਨਵੇਂ ਪ੍ਰੋਗਰਾਮ ਚਿੱਤੇ ਜਾ ਰਹੇ ਹੈ, ਭਵਿੱਖ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੈ। ਇਹ ਸਾਰੇ ਦੇ ਚੱਲਦਿਆਂ ਇੱਕ ਵੱਡਾ ਮੁੱਦਾ ਜਿਹੜਾ ਸਿੱਧੇ ਤੌਰ ਤੇ ਉਹਨਾਂ ਹੀ ਤੰਦਾਂ ਨਾਲ ਜੁੜਿਆ ਜਿਹੜੇ ਆਗੂਆਂ ਦੀ ਆਪਾਂ ਗੱਲ ਕਰਦੇ ਹਾਂ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ। ਆਖਰ ਜਦੋਂ ਅਸੀਂ ਦੇਸ਼ ਦੇ ਬਹੁਤ ਵੱਡੇ ਮਾਮਲਿਆਂ ਦੀ ਗੱਲ ਕਰਦੇ ਹਾਂ, ਦੁਨੀਆ ਭਰ 'ਚ ਜਿਹੜੀ ਅਸੀਂ ਕਹਿੰਦੇ ਹਾਂ ਕਿ ਵੱਡੇ ਮੁਲਕਾਂ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ, ਤਾਂ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਹੈ, ਕਿਉਂ ਨਾ ਹੋਵੇ ਉਹਨਾਂ ਦੀ ਰਿਹਾਈ। ਇਸ ਤੋਂ ਵੱਡਾ ਗੈਰ ਮਾਨਵੀ ਵਰਤਾਰਾ ਕੀ ਹੋ ਸਕਦਾ ਹੈ?
ਇੱਕ ਸਵਾਲ ਕਹਿ ਕੇ ਮੈਂ ਆਪਣੇ ਨਾਲ ਜਿਹੜੇ ਮਹਿਮਾਨ ਜੁੜੇ ਆ ਉਹਨਾਂ ਦੀ ਜਾਣ ਪਹਿਚਾਣ, ਉਹਨਾਂ ਨੂੰ ਆਪਾਂ ਜੀ ਆਇਆਂ ਆਖਦੇ ਹਾਂ। ਸਮਿਆਂ ਦੀਆਂ ਸਰਕਾਰਾਂ, ਚਾਹੇ ਕੇਂਦਰ ਦੀ ਸਰਕਾਰ ਹੋਵੇ ਸੂਬੇ ਦੀ, ਆਖਿਰ ਇਸ ਵੱਡੇ ਮਾਮਲੇ 'ਤੇ ਚੁੱਪ ਕਿਉਂ ਹੈ? ਜਦੋਂ ਪੂਰਾ ਦੇਸ਼ 77ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤਾਂ ਚੰਡੀਗੜ੍ਹ ਦੀਆਂ ਬਰੂਹਾਂ 'ਤੇ, ਮੋਹਾਲੀ ਦੇ ਬਾਰਡਰ 'ਤੇ ਕਿਉਂ ਵਿਸ਼ਾਲ ਰੋਸ ਮਾਰਚ? ਕੇਵਲ ਇੱਕੋ ਗੱਲ ਦੇ ਲਈ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਾ ਹੋਵੇ, ਕਿਉਂ ਨਾ ਨਿਆਂ ਤੇ ਇਨਸਾਫ ਬਾਕੀ ਮੁੱਦਿਆਂ 'ਤੇ ਮਿਲੇ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ, ਚਾਹੇ ਦੂਜੇ ਘੱਟ ਗਿਣਤੀਆਂ ਨਾਲ ਜੁੜੇ ਹੋਏ ਮਾਮਲੇ ਹੋਣ। ਇਹਨਾਂ ਮੁੱਦਿਆਂ 'ਤੇ ਆਓ ਆਪਾਂ ਮਹਿਮਾਨਾਂ ਤੋਂ ਸਵਾਲ ਲੈਣ ਤੋਂ ਪਹਿਲਾਂ ਉਹਨਾਂ ਨੂੰ ਜੀ ਆਖਦੇ ਹਾਂ। ਸਾਡੇ ਨਾਲ ਬੇਨਤੀ ਪ੍ਰਵਾਨ ਕਰਕੇ ਵੱਡੇ ਪੰਥਕ ਚਿਹਰੇ ਜੁੜੇ ਹੈ, ਜਿਨ੍ਹਾਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ, ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ, ਸਾਡੇ ਨਾਲ ਬਾਪੂ ਗੁਰਚਰਨ ਸਿੰਘ, ਜਿਸ ਮੋਰਚੇ ਦੀ ਆਪਾਂ ਗੱਲ ਕਰਦੇ ਹਾਂ ਉਸ ਮੋਰਚੇ ਦੇ ਸੰਚਾਲਕ ਨੇ। ਇਸੇ ਤਰੀਕੇ ਨਾਲ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ, ਇੱਦਾਂ ਹੀ ਪੰਥਕ ਅਕਾਲੀ ਲਹਿਰ ਦੇ ਆਗੂ ਜੋਗਾ ਸਿੰਘ ਚੱਪੜ ਜੀ। ਅਤੇ ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਪੰਥਕ ਚਿਹਰਿਆਂ ਦੇ ਨਾਲ ਨਾਲ ਰਾਜਸੀ ਧਿਰਾਂ ਵਿੱਚੋਂ ਇੱਕੋ ਧਿਰ ਨੂੰ ਆਪਾਂ ਬੇਨਤੀ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਕੱਦਾਵਰ ਬੁਲਾਰੇ ਨੇ ਕੁਲਦੀਪ ਧਾਲੀਵਾਲ ਜੀ, ਉਹ ਵੀ ਆਪਣਾ ਇਹ ਪਿਛੋਕੜ ਰੱਖਦੇ ਆ। ਸਾਰੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਜਿਹੜੇ ਸਾਡੀ ਬੇਨਤੀ ਪ੍ਰਵਾਨ ਕਰਕੇ ਆਏ ਹੈ, ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਦਾਦੂਵਾਲ ਸਾਹਿਬ, ਪਹਿਲਾ ਸਵਾਲ ਬੜੇ ਸਤਿਕਾਰ ਨਾਲ ਬਣਦਾ ਵੀ ਤੁਹਾਡੇ ਕੋਲੋਂ ਹੀ ਹੈ। ਤੁਸੀਂ ਅੱਜ ਮੋਰਚੇ ਦੇ ਰੋਸ ਵਿੱਚ ਵੀ ਸ਼ਾਮਲ ਹੋਏ, ਆਖਰ ਕਿਉਂ 77ਵਾਂ ਆਜ਼ਾਦੀ ਦਿਹਾੜਾ ਅਤੇ ਇਸ ਮੌਕੇ 'ਤੇ ਸਿੱਖ ਭਾਈਚਾਰੇ ਨੂੰ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹੈ, ਉਹਨਾਂ ਦੀ ਰਿਹਾਈ ਲਈ ਇਸ ਦਿਨ ਦੇ ਉੱਤੇ ਕਿਉਂ ਚੁਣਿਆ ਗਿਆ ਰੋਸ ਪ੍ਰਗਟਾਵੇ ਦੇ ਲਈ? ਦਾਦੂਵਾਲ ਸਾਹਿਬ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਸਰੋਤਿਆਂ ਨੂੰ ਤੇ ਸਤਿਕਾਰਯੋਗ ਪੈਨਲ ਮੈਂਬਰਾਂ ਨੂੰ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਦਾਂ ਤੁਸੀਂ ਦੱਸਿਆ ਕਿ ਅੱਜ ਭਾਰਤ ਦੀ ਆਜ਼ਾਦੀ ਦਾ ਜਿਹੜਾ ਹੈਗਾ ਉਹ ਜਸ਼ਨ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਅੰਦਰ ਜੀ। ਜਿਸ ਦੇਸ਼ ਦੀ ਆਜ਼ਾਦੀ ਦੇ ਵਾਸਤੇ ਅਸੀਂ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਜੇ ਮੈਂ ਅੰਕੜਿਆਂ ਵਾਲੇ ਪਾਸੇ ਜਾਵਾਂ ਤੇ 121 ਬੰਦੇ ਫਾਂਸੀ ਚੜੇ, 93 ਸਿੱਖ ਆ। ਜੇ 2146 ਬੰਦੇ ਕਾਲੇ ਪਾਣੀ ਗਏ ਤਾਂ ਉਹਦੇ ਵਿੱਚ 2647 ਕਾਲੇ ਪਾਣੀ ਗਏ ਤਾਂ 2147 ਸਿੱਖ ਆ। ਜੇ 500 ਬੱਬਰੇ ਅਕਾਲੀ ਸ਼ਹੀਦ ਹੋਏ ਤੇ 500 ਦੇ 500 ਸਿੱਖ ਆ, ਜਿਨ੍ਹਾਂ ਟੋਡੀਆਂ ਗਦਾਰਾਂ ਮੁਖਬਰਾਂ ਨੂੰ ਸੋਧੇ ਲਾਏ ਅੰਗਰੇਜ਼ਾਂ ਦੇ ਝੋਲੀ ਚੁੱਕਾਂ ਨੂੰ। ਜੇ 1300 ਭਾਰਤੀ ਸ਼ਹੀਦ ਹੋਇਆ ਜਲਿਆਂਵਾਲੇ ਬਾਗ ਦੇ ਵਿੱਚ ਤਾਂ ਉਹਦੇ ਚ 799 ਸਿੱਖ ਆ। 90 ਕੂਕੇ ਨਾਮਧਾਰੀ ਸਿੱਖ ਸ਼ਹੀਦ ਹੋਏ। 113 ਬਜ ਘਾਟ ਤੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਉੱਥੇ ਸ਼ਹੀਦ ਹੋਏ, ਜਿਨ੍ਹਾਂ ਚ 67 ਸਿੱਖ ਆ। ਗਿਣਤੀ ਸਾਡੀ 1.5-2% ਹੋਵੇ ਤੇ ਕੁਰਬਾਨੀਆਂ ਸਾਡੀਆਂ 90% ਦੇ ਕਰੀਬ ਹੋਣ। ਭਾਰਤ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਪੰਜਾਬ ਦੀ ਹਿੱਕ ਤੇ ਲਕੀਰ ਵੱਜੀ ਤੇ ਅੱਧਾ ਲਹਿੰਦਾ ਪੰਜਾਬ ਬਣ ਗਿਆ, ਅੱਧਾ ਚੜ੍ਹਦਾ ਬਣ ਗਿਆ। ਜਿਸ ਦੇਸ਼ ਲਈ ਸਾਡੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਊਧਮ ਸਿੰਘ ਸੁਨਾਮ, ਧੰਨਾ ਸਿੰਘ ਬੱਬਰ, ਬਚਿੰਤ ਸਿੰਘ ਬੱਬਰ, ਉਸ ਦੇਸ਼ ਦੇ ਅੰਦਰ ਸ਼ਰਮ ਦੀ ਗੱਲ ਆ ਕਿ ਸਾਨੂੰ ਆਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਸੜਕਾਂ ਤੇ ਮੁਜ਼ਾਹਰੇ ਕਰਕੇ ਮੰਗਣਾ ਪੈ ਰਿਹਾ। ਸਾਡੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੌਮੀ ਯੋਧੇ ਬੰਦੀ ਸਿੰਘਾਂ ਦੀ ਰਿਹਾਈ ਸਾਨੂੰ ਜਿਹੜੀ ਆ ਉਹ ਸੜਕਾਂ ਤੇ ਮੁਜ਼ਾਹਰੇ ਕਰਕੇ ਮੰਗਣੀ ਪੈ ਰਹੀ ਆ। ਅੱਜ ਦਾ ਜਿਹੜਾ ਰੋਸ ਮੁਜ਼ਾਹਰਾ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਸੀ, ਕੌਮੀ ਇਨਸਾਫ ਮੋਰਚੇ ਦੇ ਸੰਚਾਲਕ ਸਤਿਕਾਰਯੋਗ ਬਾਬੂ ਗੁਰਚਰਨ ਸਿੰਘ ਜੀ, ਜੋ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਧਰਮੀ ਪਿਤਾ ਨੇ, ਇੱਥੇ ਨਾਲ ਆਪਣੇ ਡਿਬੇਟ 'ਚ ਮੌਜੂਦ ਨੇ। ਇਹਨਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਕੌਮ ਨੂੰ, ਅੱਜ ਦਾ ਪਹੁੰਚ ਕੀਤੀ ਗਈ ਸਾਰਿਆਂ ਦੇ ਕੋਲ ਕਿ ਅੱਜ ਜਿਹੜਾ ਹੈਗਾ ਅਸੀਂ 15 ਅਗਸਤ ਵਾਲੇ ਦਿਨ, ਕਿਉਂਕਿ ਮੀਡੀਆ ਦਾ ਧਿਆਨ ਹੋਏਗਾ, ਸਾਰੀ ਜਿਹੜੀ ਸਾਡੀ ਗੱਲ ਆ ਉਹ ਦੁਨੀਆ ਦੇ ਸਾਹਮਣੇ ਜਾਏਗੀ, ਦੇਸ਼ ਦੀਆਂ ਸਰਕਾਰਾਂ ਦੇ ਸਾਹਮਣੇ ਜਾਏਗੀ। ਤੇ ਅੱਜ 15 ਅਗਸਤ ਵਾਲੇ ਦਿਨ ਅਸੀਂ
ਇਹ ਦਿਨ ਜਿਹੜਾ ਸੀ ਉਹ ਤਾਂ ਮੋਰਚਾ ਸੰਚਾਲਕਾਂ ਦੇ ਵੱਲੋਂ ਚੁਣਿਆ ਗਿਆ ਸੀਗਾ ਕਿ ਅਸੀਂ ਥੋੜੇ ਸਮੇਂ 'ਚ ਕੀਤੀ ਗੱਲ ਜਿਹੜੀ ਆ ਬਹੁਤੀ ਦੂਰ ਤੱਕ ਲਿਜਾ ਸਕਦੇ ਆ। ਅੱਜ ਤਾਂ ਜਿਹੜਾ ਇਹਨਾਂ ਨੇ ਸੱਦਾ ਦਿੱਤਾ ਮੋਰਚਾ ਸੰਚਾਲਕਾਂ ਨੇ, ਅਸੀਂ ਆਪਣਾ ਫਰਜ਼ ਸਮਝਦੇ ਹੋਏ ਜੀ ਪਿਛਲੇ ਦਿਨਾਂ 'ਚ ਜਥੇਦਾਰ ਹਵਾਰਾ ਸਾਹਿਬ ਵੱਲੋਂ ਸੁਨੇਹਾ ਆਇਆ, ਮੋਰਚਾ ਸੰਚਾਲਕਾਂ ਵੱਲੋਂ ਆਇਆ ਤੇ ਅਸੀਂ ਪਹਿਲੇ ਦਿਨ 'ਚੋਂ ਹੀ ਇਸ ਮੋਰਚੇ ਦਾ ਸਮਰਥਨ ਕਰ ਰਹੇ ਹਾਂ। 7 ਜਨਵਰੀ ਤੋਂ, ਜਦੋਂ ਤੋਂ ਇਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗਾ ਹੋਇਆ। ਅੱਜ ਤੁਸੀਂ ਦੇਖਿਆ ਹੋਵੇਗਾ ਕਿ 26 ਜਨਵਰੀ ਵਾਂਗੂ ਨਜ਼ਾਰਾ ਸੀਗਾ। ਅੱਜ ਸਰਕਾਰਾਂ ਦੇ ਕੀਤੇ ਇਕੱਠ ਜਿਹੜੇ ਸਰਕਾਰੀ ਤੌਰ ਤੇ ਇਸ ਇਕੱਠ ਦੇ ਸਾਹਮਣੇ ਫਿੱਕੇ ਪੈ ਗਏ ਆ ਤੇ ਅੱਜ ਇੱਥੋਂ ਅਸੀਂ ਆਵਾਜ਼ ਬੁਲੰਦ ਕੀਤੀ ਹੈ ਕਿ ਜਿਹੜੇ ਪੰਜਾਬ ਸਰਕਾਰ, ਦਿੱਲੀ ਦੀ ਸਰਕਾਰ ਜਾਂ ਕਰਨਾਟਕ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਦੇ ਅਧਿਕਾਰ ਖੇਤਰ 'ਚ ਸਾਡੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੁੰਦੀਆਂ ਨੇ ਉਹ ਤੁਰੰਤ ਕੀਤੀਆਂ ਜਾਣ ਤੇ ਜਿਹੜਾ ਬਰਗਾੜੀ, ਬਹਿਬਲ, ਕੋਟਕਪੂਰਾ ਦਾ ਇਨਸਾਫ ਆ, ਬੇਅਦਬੀਆਂ ਦਾ ਇਨਸਾਫ ਉਹ ਵੀ ਕੀਤਾ ਜਾਵੇ। ਜਿਵੇਂ ਬਹਿਬਲ ਕਲਾਂ ਦਾ ਚਲਾਨ ਅਜੇ ਬਾਕੀ ਆ, ਬਰਗਾੜੀ ਦਾ, ਕੋਟਕਪੂਰੇ ਦਾ ਚਲਾਨ ਪੰਜਾਬ ਸਰਕਾਰ ਨੇ ਦੇ ਦਿੱਤਾ, ਪਰ ਬਹਿਬਲ ਗੋਲੀ ਕਾਂਡ ਦਾ ਜਿੱਥੇ ਸਾਡੇ ਇਨਸਾਫ ਮੰਗਦੇ 2 ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀਗਾ, ਉਹਦਾ ਵੀ ਚਲਾਨ ਪੇਸ਼ ਕੀਤਾ ਜਾਵੇ। ਅਸੀਂ ਇਨਸਾਫ ਚਾਹੁੰਦੇ ਆ। ਜੇ ਸਾਨੂੰ ਇਨਸਾਫ ਮਿਲ ਜਾਵੇ, ਅਸੀਂ ਵੀ ਚਾਹੁੰਦੇ ਆ ਕਿ ਅਸੀਂ ਇਸ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਈਏ ਜਿਹੜੀ ਅਸੀਂ ਬੜੇ ਮਹਿੰਗੇ ਮੁੱਲ ਤਾਰ ਕੇ ਆਜ਼ਾਦੀ ਭਾਰਤ ਵਾਸਤੇ ਲਈ ਸੀਗੀ, ਪਰ ਉਸ ਭਾਰਤ ਦੀ ਆਜ਼ਾਦੀ ਦੇ ਵਿੱਚ, ਆਜ਼ਾਦੀ ਦੇ ਜਸ਼ਨਾਂ 'ਚ ਅਸੀਂ ਵੀ ਸ਼ਾਮਲ ਹੋ ਸਕੀਏ ਜੇਕਰ ਸਾਡੇ ਨਾਲ ਆ ਇਨਸਾਫ ਜਿਹੜਾ ਹੈ, ਬੇਇਨਸਾਫੀ, ਜਿਹੜੇ ਕਾਨੂੰਨ ਦੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਇਹ ਬੰਦ ਹੋ ਜਾਣ, ਤਾਂ ਅੱਜ ਦਾ ਦਿਨ ਚੁਣਿਆ ਗਿਆ। ਮਿਹਰਬਾਨੀ ਦਾਦੂਵਾਲ ਸਾਹਿਬ, ਬਣੇ ਰਹੋ ਸਾਡੇ ਨਾਲ। ਫੇਰ ਆਵਾਂਗਾ ਮੈਂ ਇੱਕ ਸਵਾਲ ਲੈ ਕੇ ਤੁਹਾਡੇ ਵੱਲ। ਜੋਗਾ ਸਿੰਘ ਜੀ, ਮੇਰੀ ਆਵਾਜ਼ ਸੁਣ ਪਾ ਰਹੇ ਹੋ? ਜੀ ਜੋਗਾ ਸਿੰਘ ਜੀ, ਇਸ ਮਾਮਲੇ ਤੇ ਆਪਾਂ ਦੇਖੋ ਗੱਲ ਕਰ ਰਹੇ ਹਾਂ, ਵੱਡਾ ਸਵਾਲ ਹੈ। 77ਵਾਂ ਆਜ਼ਾਦੀ ਸਮਾਰੋਹ ਪੂਰੇ ਦੇਸ਼ 'ਚ, ਜਿੱਦਾਂ ਦਾਦੂਵਾਲ ਜੀ ਨੇ ਵੀ ਗੱਲ ਕੀਤੀ ਹੈ, ਮੈਂ ਵੀ ਪਹਿਲਾਂ ਕਿਹਾ ਇਸ ਮੁੱਦੇ ਤੇ ਮਨਾਇਆ ਜਾ ਰਿਹਾ, ਸਾਰੇ ਮਨਾਉਣਾ ਚਾਹੁੰਦੇ ਆ, ਇੱਕ ਵੱਡਾ ਪੁਰਬ ਹੈ ਇਸ ਮਾਮਲੇ 'ਚ ਜੇ ਆਪਾਂ ਦੇਖੀਏ। ਪਰ ਕਿਉਂ ਇਸ ਮੌਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ, ਨਿਆਂ ਤੇ ਇਨਸਾਫ ਲਈ ਦਹਾਕਿਆਂ ਤੋਂ ਕਿਉਂ ਲੜਨਾ ਪੈ ਰਿਹਾ? ਸਾਡੀਆਂ ਆਪਣੀਆਂ ਸਰਕਾਰਾਂ ਜਿਨ੍ਹਾਂ ਦੀ ਗੱਲ ਕਰਦੇ ਆ ਜੀ। ਜੋਗਾ ਸਿੱਧੂ ਸਾਹਿਬ, ਅਸਲ ਗੱਲ ਇਹ ਹੈ ਕਿ ਸਾਡੇ ਜਿਹੜੇ ਪੋਲੀਟੀਕਲ ਲੀਡਰ ਬਣਦੇ ਰਹੇ, ਭਾਵੇਂ ਉਹ ਧਾਰਮਿਕ ਸੀਗੇ, ਭਾਵੇਂ ਉਹ ਕਿਸੇ ਰੂਪ ਦੇ ਵਿੱਚ ਸੀ, ਭਾਵੇਂ ਉਹਨਾਂ ਨੇ ਧਾਰਮਿਕ ਚੋਲਾ ਪਾ ਕੇ ਆਪਣੀ ਰਾਜਸੀ ਸ਼ਕਤੀ ਹਾਸਲ ਕੀਤੀ, ਉਹਨਾਂ ਦਾ ਮੇਨ ਮਨੋਰਥ ਕੋਈ ਧਾਰਮਿਕ ਤੌਰ ਤੇ ਪੰਜਾਬ ਦੇ ਵਿੱਚ ਲਾ ਲਓ ਜਾਂ ਬਾਹਰਲੇ ਪਾਸੇ ਲਾ ਲਓ, ਉਹਨਾਂ ਦਾ ਮੇਨ ਮਨੋਰਥ ਇਹ ਨਹੀਂ ਸੀ ਕਿ ਅਸੀਂ ਧਾਰਮਿਕ ਤੌਰ ਤੇ ਆਪਣੇ ਧਾਰਮਿਕ ਖਿੱਤੇ ਨੂੰ ਉਜਾਗਰ ਕਰਨਾ ਹੈ। ਮੈਂ ਇੱਕੋ ਗੱਲ ਕਹਿ ਸਕਦਾ ਕਿ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਉਹਨਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਦੀਆਂ ਅਖਬਾਰੀ ਸਟੇਟਮੈਂਟਾਂ ਪਈਆਂ ਕਿ ਜਗਤਾਰ ਸਿੰਘ ਹਵਾਰਾ ਇੱਕ ਖਤਰਨਾਕ ਅੱਤਵਾਦੀ ਹੈ। ਉਦੋਂ ਜਦੋਂ ਉਹ ਰਾਜ ਸੱਤਾ ਦੇ ਵਿੱਚ ਸੀਗੇ, ਉਦੋਂ ਜਗਤਾਰ ਸਿੰਘ ਹਵਾਰੇ ਨੂੰ ਖਤਰਨਾਕ ਅੱਤਵਾਦੀ ਦੱਸਦੇ ਰਹੇ ਤੇ ਹੁਣ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਹੀ ਹੈ। ਜਿਵੇਂ ਦਾਦੂਵਾਲ ਸਾਹਿਬ ਨੇ ਕਿਹਾ ਕਿ ਦੋਹਰੇ ਮਾਪਦੰਡ, ਇਸ ਕਰਕੇ ਇਹ ਜਿਹੜੇ ਅੱਜ ਦੇ ਹਾਲਾਤ ਬਣੇ ਆ, ਇਹਨਾਂ ਹਾਲਾਤਾਂ ਦੇ ਪਿੱਛੇ ਉਹਨਾਂ ਨੇ ਚੋਲਾ ਤਾਂ ਧਾਰਮਿਕ ਪਾਇਆ ਹੋਇਆ ਸੀਗਾ, SGPC ਵੀ ਆਪਣੇ ਅੰਡਰ ਕੀਤੀ ਹੋਈ ਸੀ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਆਪਣੇ ਅੰਡਰ ਕੀਤਾ ਹੋਇਆ ਸੀ। ਅੱਜ ਇਹ ਹਾਲਾਤ ਹੈ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸ਼ਕਤੀ ਹੈ, ਜੇਕਰ ਉਸ ਸ਼ਕਤੀ ਨੂੰ ਸਿੱਖਾਂ ਦੇ ਨਰੋਲ ਸਿੱਖਾਂ ਦੇ ਕੋਲ ਆਵੇ, ਕੋਈ ਅਜਿਹੇ ਜਥੇਦਾਰ ਬਣਨ ਜਿਹੜੇ ਜਥੇਦਾਰ ਕਿਸੇ ਰਾਜਸੀ ਲੋਕਾਂ ਦੇ ਥੱਲੇ ਨਾ ਲੱਗਣ, ਮੈਂ ਸਮਝਦਾ ਕਿ ਬਹੁਤ ਛੋਟੇ ਮਸਲੇ ਜਿਨ੍ਹਾਂ ਦੇ ਲਈ ਅੱਜ ਸਾਨੂੰ ਸੜਕਾਂ ਦੇ ਉੱਤੇ ਰੁਲਣਾ ਪੈ ਰਿਹਾ ਹੈ। ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਭਾਵੇਂ ਉਹ ਪੰਜਾਬ ਸਰਕਾਰ ਹੈ, ਮੌਜੂਦਾ ਹੈ, ਪਹਿਲੀਆਂ ਸੀ, ਭਾਵੇਂ ਉਹ ਕੇਂਦਰ ਦੀ ਸਰਕਾਰ ਹੈ, ਕਿ ਆ ਪੰਚਾਇਤੀ ਚੋਣਾਂ ਤੁਹਾਡੇ ਸਾਹਮਣੇ ਹੈ ਜੀ। ਪੰਚਾਇਤੀ ਚੋਣਾਂ ਦਾ ਕਹਿੰਦੇ 2 ਘੰਟੇ ਵੀ ਲੇਟ ਨਹੀਂ ਹੋ ਸਕਦੀਆਂ, ਦੇਖ ਲਓ ਭੰਗ ਵੀ ਕਰਦੀਆਂ ਤੇ ਹੋਣ ਵੀ ਜਾ ਰਹੀਆਂ। ਲੇਕਿਨ ਸਿੱਖਾਂ ਦੀ ਸਭ ਤੋਂ ਵੱਡੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੇ ਵੱਡੇ ਲੰਬੇ ਸਮੇਂ ਤੋਂ ਲਟਕਾਈ ਜਾ ਰਹੀ ਹੈ। ਜੇਕਰ ਇਹ ਸਾਰੀਆਂ ਸਮੱਸਿਆਵਾਂ ਦਾ ਕੋਈ ਹੱਲ ਆਪਾਂ ਸਾਰੇ ਰਲ ਮਿਲ ਕੇ ਕੱਢੀਏ ਤਾਂ ਜਿਵੇਂ ਬਾਪੂ ਗੁਰਚਰਨ ਸਿੰਘ ਜੀ, ਮੇਰੇ ਚਾਚਾ ਜੀ, ਇਸ ਲੜਾਈ ਨੂੰ ਅੱਗੇ ਲੈ ਕੇ ਜਾ ਰਹੇ ਆ। ਮੈਂ ਸਮਝਦਾ ਕਿ ਜਿਹੜੇ ਸਾਡੇ ਕੌਮੀ ਆਗੂਆਂ ਨੇ, ਕੌਮੀ ਯੋਧਿਆਂ ਨੇ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਲਾਤੀ, ਜੇਕਰ ਕੋਈ ਸਹੀ ਪਲੇਟਫਾਰਮ ਦੇ ਉੱਤੇ ਆਪਾਂ ਸਾਰੇ ਇਕੱਠੇ ਹੋ ਕੇ, ਜਿਵੇਂ ਇਹਨਾਂ ਨੇ ਇੱਕ ਪਲੇਟਫਾਰਮ ਬਣਾ ਕੇ ਇੱਥੇ ਬਹੁਤ ਵੱਡਾ ਲਾਮੀ ਸਾਲੇ ਸੰਘਰਸ਼ ਰੰਭਿਆ, ਸੋ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਇਹ ਸਾਰੇ ਮਸਲੇ ਆਪਾਂ ਹੱਲ ਕਰ ਸਕਦੇ ਹਾਂ ਜੀ। ਬਾਪੂ ਗੁਰਚਰਨ ਸਿੰਘ ਜੀ, ਇਹੋ ਸਵਾਲ ਮੈਂ ਤੁਹਾਡੇ ਕੋਲੋਂ, ਆਖਰ ਇਸ ਦਿਨ ਨੂੰ ਆਪਾਂ ਚੁਣਿਆ ਵਿਸ਼ਾਲ ਰੋਸ ਪ੍ਰਗਟਾਵੇ ਦੇ ਲਈ ਔਰ ਵੱਡੀ ਪੱਧਰ ਤੇ ਹੰਗਾਰਾ ਮਿਲਿਆ ਜਿਹੜਾ ਤੁਸੀਂ ਜਿਸ ਦੀ ਅਗਵਾਈ ਕੀਤੀ ਹੈ, ਪਰ ਸਵਾਲ ਫਿਰ ਇਹੀ ਹੈ ਕਿ ਸਮਿਆਂ ਦੀਆਂ ਸਰਕਾਰਾਂ ਇਹਨਾਂ ਮੁੱਦਿਆਂ ਤੇ
ਚੁੱਪ ਕਿਉਂ ਹੈ ਤੇ ਸਾਨੂੰ ਕਿਉਂ ਇਸ ਦਿਨ ਤੇ ਸੜਕਾਂ ਤੇ ਉਤਰਨਾ ਪੈ ਰਿਹਾ ਹੈ? ਬਾਪੂ ਗੁਰਚਰਨ ਸਿੰਘ ਜੀ। ਦੇਖੋ, ਜਿਹੜਾ ਅੱਜ 15 ਅਗਸਤ ਦਾ ਆਜ਼ਾਦੀ ਦਾ ਦਿਨ ਸਰਕਾਰਾਂ ਮਨਾ ਰਹੀਆਂ ਜਸ਼ਨ ਜੀ, ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਨੇ ਸਾਰੇ ਅੰਕੜਿਆਂ ਸਮੇਤ ਤੁਹਾਨੂੰ ਦੱਸਿਆ ਵੀ ਕਿੰਨੀਆਂ ਕੁਰਬਾਨੀਆਂ ਹੋਈਆਂ। ਪੰਜਾਬ ਦਾ ਉਜਾੜਾ ਹੋਇਆ, ਪੰਜਾਬ 2 ਹਿੱਸਿਆਂ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾਂ ਜਿਹੜੇ ਸਾਡੇ ਧਾਰਮਿਕ ਇਤਿਹਾਸਕ ਸਥਾਨ ਸੀ ਉਹ ਦੇਖੋ ਪਾਕਿਸਤਾਨ 'ਚ ਰਹਿ ਗਏ। ਪਾਕਿਸਤਾਨ 'ਚੋਂ ਉੱਜੜ ਕੇ ਆਪਣੀਆਂ ਕੀਮਤੀ ਜਾਇਦਾਦਾਂ ਛੱਡ ਕੇ ਮਾਲੀ ਤੇ ਜਾਨੀ ਨੁਕਸਾਨ ਕਰਾ ਕੇ ਉਹ ਰਿਫਿਊਜੀ ਬਣ ਕੇ ਇੱਧਰ ਆਏ। ਸੋ ਉਸ 'ਚ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਨੁਕਸਾਨ ਵੀ ਸਿੱਖਾਂ ਦਾ ਹੋਇਆ, ਕੁਰਬਾਨੀਆਂ ਵੀ ਸਿੱਖਾਂ ਨੇ ਦਿੱਤੀਆਂ, ਪਰੰਤੂ ਉਹ ਜਿੰਨਾ ਹੱਕ ਬਣਦਾ ਸੀ ਉਹ ਆਗੂ ਮੌਕੇ ਤੇ ਵਾਅਦਾ ਕਰਕੇ ਮੁੱਕਰੇ। ਸੋ ਅੱਜ ਵੀ ਜਿਹੜੀ ਸਰਕਾਰਾਂ ਲਗਾਤਾਰ 1947 ਤੋਂ ਬਣ ਰਹੀਆਂ ਸਾਡੇ ਨਾਲ ਵਿਤਕਰਾ ਕਰ ਰਹੀਆਂ। ਹੁਣ ਜਿਹੜਾ ਅੱਜ ਦਾ ਦਿਨ ਚੁਣਿਆ ਸੀ, ਅਸੀਂ ਜਿਹੜੇ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ, ਇਹ ਕੌਮ ਦੇ ਮੁੱਦੇ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਰਗਾੜੀ ਚ, ਉਹਦਾ ਇਨਸਾਫ ਨਹੀਂ ਮਿਲਿਆ। ਹਾਲਾਂਕਿ ਉਸ ਟਾਈਮ ਜਿਹੜੀ ਇੱਕ ਧਾਰਮਿਕ ਜਾਂ ਸਿੱਖਾਂ ਦੀ ਕਹੀਏ ਵੀ ਸਰਕਾਰ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਪਰੰਤੂ ਉਹਨਾਂ ਨੇ ਦੋਸ਼ੀਆਂ ਨੂੰ ਜਿਸ ਤਰ੍ਹਾਂ ਬਚਾਇਆ, ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਨੂੰ ਮਾਫੀ ਦਵਾਈ ਗਈ, ਇਸ ਕਰਕੇ ਇਨਸਾਫ ਨਹੀਂ ਮਿਲਿਆ। ਉਸ ਤੋਂ ਬਾਅਦ 3 ਸਰਕਾਰਾਂ ਬਦਲ ਚੁੱਕੀਆਂ, 4 ਮੁੱਖ ਮੰਤਰੀ ਬਣ ਚੁੱਕੇ, ਪਰੰਤੂ ਕਿਸੇ ਨੇ ਵੀ ਇਸ ਪਾਸੇ ਗੌਰ ਨਾ ਕੀਤੀ। ਇਸ ਕਰਕੇ ਅਸੀਂ ਲਗਾਤਾਰ 7 ਮਹੀਨੇ 8 ਦਿਨ ਹੋ ਗਏ ਮੋਰਚਾ ਲਾਏ ਨੂੰ ਜੀ, ਪਰ ਸਰਕਾਰਾਂ ਨੇ ਸਾਡੀ ਇੱਕ ਗੱਲ ਵੀ ਨਹੀਂ ਸੁਣੀ। ਹਾਲਾਂਕਿ 2-3 ਮੀਟਿੰਗਾਂ ਹੋਈਆਂ, ਉਹ ਜਿਹੜੇ ਵਾਅਦੇ ਕਰਦੇ ਰਹੇ ਮੁੱਕਰਦੇ ਰਹੇ। ਸਾਡੇ ਨਾਲ ਵਿਤਕਰਾ ਹੋ ਰਿਹਾ, ਸਰਕਾਰਾਂ ਵਿਤਕਰਾ ਕਰ ਰਹੀਆਂ, ਨਿਆਂਪਾਲਿਕਾ ਕਰ ਰਹੀ ਹੈ। ਇਸ ਕਰਕੇ ਅਸੀਂ ਇਸ ਦਿਨ ਨੂੰ ਚੁਣਿਆ ਵੀ ਜਿਹੜਾ ਆਜ਼ਾਦੀ ਦਾ ਕੋਈ ਹੱਕ ਮਿਲਦਾ ਹੀ ਨਹੀਂ ਸਿੱਖਾਂ ਨੂੰ, ਸਾਨੂੰ ਗੁਲਾਮੀ ਦਾ ਹੀ ਅਹਿਸਾਸ ਕਰਾਇਆ ਜਾ ਰਿਹਾ ਵੀ ਕੋਈ ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ। ਇਸ ਕਰਕੇ ਅੱਜ ਅਸੀਂ ਇਹ ਦਿਨ ਚੁਣਿਆ ਸੀ। ਸੋ ਜਿਹੜੇ ਅੱਜ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਉਹ ਆਪਣੇ ਜਥੇ ਸਮੇਤ ਪਹੁੰਚੇ ਆ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ, ਤੇ ਇਹ ਪਹਿਲਾਂ 13 ਅਗਸਤ ਨੂੰ ਵੀ ਜਿਹੜਾ ਇੱਕ ਜਥਾ ਗਿਆ ਸੀ ਇਹਨਾਂ ਦੀ ਜ਼ਮੀਰਾਂ ਨੂੰ ਜਗਾਉਣ ਵਾਸਤੇ, ਸੰਤ ਮਹਾਂਪੁਰਸ਼ਾਂ ਦਾ, ਉਸ ਦਿਨ ਵੀ ਸ਼ਾਮਲ ਹੋਏ ਹੈ। ਸਰਦਾਰ ਕਰਨੈਲ ਸਿੰਘ ਪੰਜੋੜੀ ਬੈਠੇ ਹੈ, ਇਹ ਵੀ ਅੱਜ ਇਹਨਾਂ ਨੇ ਹਾਜ਼ਰੀ ਲਵਾਈ ਹੈ। ਸੋ ਇਖਲਾਕੀ ਫਰਜ਼ ਬਣਦਾ ਅੱਜ ਜਿਹੜੇ ਆਪਣੇ ਇੱਥੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਪਹੁੰਚੇ ਹੈ, ਉਹਨਾਂ ਨੇ ਵੀ ਉਹੀ ਹਾਂ ਦਾ ਨਾਰਾ ਮਾਰਿਆ ਵੀ ਸਰਕਾਰਾਂ ਇਨਸਾਫ ਕਿਉਂ ਨਹੀਂ ਦਈਆਂ ਸਾਨੂੰ ਜੇ ਫਿਰ ਅਸੀਂ ਗੁਲਾਮੇ ਹੋਏ ਇਸ ਦੇਸ਼ 'ਚ। ਇਸ ਕਰਕੇ ਇਸ ਦਿਨ ਚੁਣਿਆ, ਸੰਗਤਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ। ਅੱਜ ਇੱਕ ਗੱਲ ਮੈਂ ਤੁਹਾਡੇ ਧਿਆਨ 'ਚ ਹੋਰ ਲਿਆਣੀ ਚਾਹਾਂਗਾ ਵੀ ਜਿਸ ਤਰ੍ਹਾਂ ਜਦ ਅਸੀਂ ਕਿਸੇ ਨੂੰ ਇੱਕ ਫੋਨ ਕਾਲ ਕਰਦੇ ਹਾਂ, ਉੱਥੇ ਪਹਿਲਾਂ ਇੱਕ ਟਿਊਨ ਵੱਜਦੀ ਹੈ ਕਿ ਤਿਰੰਗਾ 'ਚ ਫੜੋ ਤਿਰੰਗੇ ਨੂੰ, ਜਾਓ ਤਿਰੰਗਾ, ਇਹ ਕਰੋ ਫਲਾਣੀ ਕਰੋ। ਪਰ ਅੱਜ ਦੇਖਿਆ ਮੋਹਾਲੀ ਦੇ ਵਿੱਚ ਉਹ ਕਾਲਾ ਝੰਡਾ ਜਿਹੜਾ ਰੋਸ ਦਾ ਪ੍ਰਤੀਕ ਹੈ ਸਰਕਾਰਾਂ ਦੇ ਸਿਸਟਮ ਦੇ ਖਿਲਾਫ, ਤੇ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ, ਉਹੀ ਝੁੱਲਿਆ। ਮੋਹਾਲੀ 'ਚ ਇੱਕ ਵੀ ਕਿਸੇ ਇਮਾਰਤ ਤੇ ਕੇਸਰੀ ਝੰਡਾ ਨਹੀਂ ਦਿਖਿਆ। ਸੋ 80% ਮੈਂ ਗੱਲ ਕਰਾਂ ਪੰਜਾਬੀਆਂ ਨੂੰ, ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਸਰਕਾਰਾਂ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ, ਉਹਦੇ ਸਿਸਟਮ ਦੇ ਖਿਲਾਫ ਇਹ ਫਤਵਾ ਦਿੱਤਾ। ਜੀ ਬਾਪੂ ਜੀ, ਫੇਰ ਆਨੇ ਆਪਾਂ ਤੁਹਾਡੇ ਵਾਲੇ ਇਸ ਮੁੱਦੇ ਤੇ। ਧੰਨਵਾਦ, ਬਣੇ ਰਹੋ ਸਾਡੇ ਨਾਲ। ਧਾਲੀਵਾਲ ਸਾਹਿਬ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਪੰਥਕ ਧਿਰਾਂ ਵੱਲੋਂ ਰੋਸ ਪ੍ਰਗਟਾਵਾ ਜਿੱਦਾਂ ਕਿਹਾ ਗਿਆ ਕਿ ਦਹਾਕਿਆਂ ਤੋਂ ਜਿਹੜਾ ਹੈਗਾ ਜਿਸ ਕਦਰ ਨਿਆਂ ਤੇ ਇਨਸਾਫ ਦੀ ਉਹ ਗੱਲ ਕਰ ਰਹੇ ਹੈ, ਉਹ ਨਹੀਂ ਮਿਲ ਰਿਹਾ। ਮੈਂ ਤੁਹਾਡੇ ਵਾਲੇ ਇਸ ਮੁੱਦੇ ਤੇ ਸਵਾਲ ਲੈ ਕੇ ਆਉਣਾ ਹੈ, ਤੁਹਾਡੇ ਲਈ ਵੀ ਸ਼ਾਇਦ ਗੱਲ ਕਰਨੀ ਜ਼ਿਆਦਾ ਸੌਖੀ ਰਹੇਗੀ। ਮੈਂ ਕੋਸ਼ਿਸ਼ ਕਰਾਂਗਾ ਕਿ ਪੰਜੋਲੀ ਸਾਹਿਬ ਵੀ ਸਾਡੇ ਨਾਲ ਬਣੇ ਹੋਏ ਹੈ, ਜਿਨ੍ਹਾਂ ਤੱਕ ਮੇਰੀ ਆਵਾਜ਼, ਪੰਜੋਲੀ ਸਾਹਿਬ ਆਵਾਜ਼ ਸੁਣ ਪਾ ਰਹੇ ਹੋ? ਹਾਂਜੀ ਜੀ, ਪੰਜੋਲੀ ਸਾਹਿਬ ਮਿਹਰਬਾਨੀ। ਪੰਜੋਲੀ ਸਾਹਿਬ, ਇੱਕ ਸਵਾਲ ਮੈਂ ਤੁਹਾਡੇ ਕੋਲ ਵੀ, ਜਿੱਦਾਂ ਬਾਕੀ ਪੰਥਕ ਧਿਰਾਂ, ਪੰਥਕ ਆਗੂਆਂ ਨਾਲ ਆਪਾਂ ਗੱਲ ਕੀਤੀ ਹੈ, ਵੱਡਾ ਸਵਾਲ ਇਹੀ ਹੈ ਕਿ ਚਾਹੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਪੰਜਾਬ 'ਚ ਆਪਣੀਆਂ ਸਰਕਾਰਾਂ ਵੀ ਰਹੀਆਂ ਜਿਹੜੀਆਂ ਆਪਣੇ ਆਪ ਨੂੰ ਦਾਅਵਾ ਕਰਦੇ ਰਹੇ ਹੈ,
ਔਰ ਕੇਂਦਰ ਦੇ ਵਿੱਚ ਵੀ ਸਰਕਾਰ ਇਹਦੇ ਬਾਵਜੂਦ ਵੀ ਇਹਨਾਂ ਮੁੱਦਿਆਂ ਤੇ ਕਿਉਂ ਨਹੀਂ ਕੋਈ ਸਾਰਥਕ ਹੱਲ ਸਾਹਮਣੇ ਆ ਰਿਹਾ? ਕਿਉਂ ਰੋਸ ਪ੍ਰਗਟਾਵਾ ਅੱਜ ਦੇ ਦਿਨ ਕਰਨਾ ਪੈ ਰਿਹਾ? ਪੰਜੋੜੀ ਸਾਹਿਬ। ਸਿੱਧੂ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਬਈ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੀ। ਇਹੋ ਜਿਹੀ ਆਜ਼ਾਦੀ ਤੋਂ ਸਿੱਖਾਂ ਨੇ ਕੀ ਲੈਣਾ? ਜਿਹੜੀ ਆਜ਼ਾਦੀ ਭਾਰਤ ਦੇ ਅੰਦਰ ਲਗਾਤਾਰ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਜੋ ਵਾਅਦੇ ਭਾਰਤ ਦੀ ਕਾਂਗਰਸ ਸਰਕਾਰ ਨੇ ਕੀਤੇ, ਉਹ ਵਾਅਦਿਆਂ ਤੋਂ ਲਗਾਤਾਰ ਸਰਕਾਰਾਂ ਮੁੱਕਰਦੀਆਂ ਆਈਆਂ। ਕੋਈ ਇੱਕ ਵਾਅਦਾ ਵੀ ਸਰਕਾਰ ਨੇ ਪੂਰਾ ਤਾਂ ਕੀ ਕਰਨਾ ਸੀ, ਸਗੋਂ 1955 ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਬਾੜੀ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ, ਹਰਮੰਦਰ ਸਾਹਿਬ ਦਾ ਅਪਮਾਨ ਕੀਤਾ, ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਹੋਇਆ ਸੀ ਜੀ। ਹੁਣ ਮੈਂ ਇੱਕ ਲੰਮੀ ਕਹਾਣੀ ਹੋ ਜਾਏਗੀ ਜਿਹਦਾ ਮੈਂ ਮਤਲਬ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਮੈਨੂੰ ਇਸ ਗੱਲ ਦਾ ਅਫਸੋਸ ਹੈ, ਇਹ ਜ਼ਿਕਰ ਮੇਰੇ ਤੋਂ ਪਹਿਲਾਂ ਦਾਦੂਵਾਲ ਸਾਹਿਬ ਵੀ ਬਹੁਤ ਵਿਸਥਾਰ ਵਿੱਚ ਕਰ ਚੁੱਕੇ ਨੇ, ਸਰਦਾਰ ਗੁਰਚਰਨ ਸਿੰਘ ਜੀ ਨੇ ਬਹੁਤ ਡਿਟੇਲ 'ਚ ਬਹੁਤ ਗੱਲਾਂ ਕੀਤੀਆਂ, ਚੱਪੜ ਸਾਹਿਬ ਵੀ ਕਰ ਗਏ। ਪਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਅੱਜ ਭਾਰਤ ਦੀ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ, ਉਹਨਾਂ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੈਂ ਪਿਛਲੇ ਸਮੇਂ ਦੇ ਵਿੱਚ ਤੇ ਗ੍ਰਹਿ ਮੰਤਰੀ ਨੂੰ, ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜਾ ਅਵਤਾਰ ਸਿੰਘ ਖੰਡਾ ਇੰਗਲੈਂਡ ਦੇ ਵਿੱਚ ਅਕਾਲ ਚਲਾਣਾ ਕਰ ਗਏ, ਉਹਦੇ ਪਿਤਾ ਜੀ ਵੀ ਪਹਿਲਾਂ ਸ਼ਹੀਦ ਹੋ ਚੁੱਕੇ ਨੇ, ਉਹਨਾਂ ਦੀ ਬਿਰਧ ਮਾਤਾ ਤੇ ਇੱਕ ਉਹਦੀ ਭੈਣ ਹੈ, ਉਹ ਵਿਦੇਸ਼ ਜਾ ਕੇ ਆਪਣੇ ਪੁੱਤਰ ਨੂੰ ਆਖਰੀ ਅਲਵਿਦਾ ਕਹਿਣਾ ਚਾਹੁੰਦੇ ਨੇ ਤੇ ਤੁਸੀਂ ਉਹਨਾਂ ਨੂੰ ਵੀਜ਼ਾ ਦੇਣ ਦਾ ਯਤਨ ਕਰੋ। ਕਿੱਡੀ ਵੱਡੀ ਬੇਇਨਸਾਫੀ ਹੈ ਕਿ ਭਾਰਤ ਦੀ ਸਰਕਾਰ ਨੇ ਨਾ ਤਾਂ ਉਹਨਾਂ ਦੀ ਡੈੱਡ ਬੋਡੀ ਹਿੰਦੁਸਤਾਨ 'ਚ ਲੈ ਕੇ ਆਉਣ ਤੋਂ ਉਹਨਾਂ ਨੇ ਵੀ ਮਨਾਹੀ ਕੀਤੀ, ਭਾਰਤ ਦੀ ਸਰਕਾਰ ਨੇ ਇਹ ਕਹਿ ਦਿੱਤਾ ਕਿ ਜੀ ਇਹ ਸਾਡਾ ਸਿਟੀਜ਼ਨ ਨਹੀਂ ਹੈ। ਅੰਗਰੇਜ਼ ਜਿਹੜੇ ਨੇ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ। ਭਾਰਤ ਦੀਆਂ ਏਜੰਸੀਆਂ ਨੇ ਅੰਗਰੇਜ਼ ਨੂੰ ਅਪੀਲ ਮਤਲਬ ਮੈਸੇਜ ਦਿੱਤਾ ਕਿ ਇਹ ਖਾੜਕੂ ਨੇ, ਇਸ ਕਰਕੇ ਇਹਨਾਂ ਨੂੰ ਵੀਜ਼ਾ ਨਹੀਂ ਦੇਣਾ ਚਾਹੀਦਾ। ਉਹ ਮਾਵਾਂ ਧੀਆਂ ਟੀਵੀ ਦੇ ਆਪਣਾ ਫੋਨ ਦੇ ਉੱਤੇ ਲਾਈਵ ਆਪਣੇ ਪੁੱਤਰ ਦੀ ਆਖਰੀ ਜਿਹੜੀ ਵਿਦਾਇਗੀ ਸੀ ਉਹਨੂੰ ਦੇਖਦੀਆਂ ਰਹੀਆਂ। ਮੇਰੇ ਤੋਂ ਪਹਿਲਾਂ ਬਹੁਤ ਗੱਲਾਂ ਦਾ ਜ਼ਿਕਰ ਹੋ ਚੁੱਕਿਆ, ਮੈਂ ਉਹਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਮੈਂ ਇਹ ਸਮਝਦਾ ਕਿ ਭਾਵੇਂ ਅਕਾਲੀ ਦਲ ਦੀ ਸਰਕਾਰ ਵੀ ਬੜਾ ਲੰਮਾ ਸਮਾਂ ਰਹੀ, ਜੋਗਾ ਸਿੰਘ ਨੇ ਉਹਨਾਂ ਦਾ ਜ਼ਿਕਰ ਕੀਤਾ। ਅਕਾਲੀਆਂ ਨੇ ਤਾਂ ਕਦੇ ਭਾਰਤ ਦੀ ਪਾਰਲੀਮੈਂਟ ਦੇ ਅੰਦਰ ਇਹ ਸਵਾਲ ਉਠਾਉਣ ਦਾ ਯਤਨ ਨਹੀਂ ਕੀਤਾ। ਬੀਜੇਪੀ ਨਾਲ ਉਹਨਾਂ ਦੀ ਸਾਂਝ ਸੀ, ਜੇ ਉਹ ਯਤਨ ਕਰਦੇ ਤਾਂ ਨੌਜਵਾਨਾਂ ਨੂੰ ਬਹੁਤ ਦੇਰ ਪਹਿਲਾਂ ਰਿਹਾ ਕਰਵਾ ਸਕਦੇ ਸੀ। ਹੋਰ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਸਨ ਉਹ ਮੰਗਾਂ ਵੀ ਮਨਵਾ ਸਕਦੇ ਸੀ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਆਪਣੀ ਰਾਜ ਸ਼ਕਤੀ ਜਿਹੜੀ ਹੈ ਉਹਨੂੰ ਹਾਸਲ ਕਰਨ ਲਈ ਹਮੇਸ਼ਾ ਇੱਕੋ ਗੱਲ ਕਹਿੰਦੇ ਰਹੇ ਬੀਜੇਪੀ ਨੂੰ ਕਿ ਅਸੀਂ ਬਿਨਾਂ ਸ਼ਰਤ ਤੁਹਾਨੂੰ ਹਮਾਇਤ ਦਿੰਦੇ ਹਾਂ। ਤੇ ਬਾਦਲ ਦੀ ਜਿਹੜੀ ਰਾਜਨੀਤੀ ਹੈ ਉਹ ਖੁਦਗਰਜੀ ਦੀ ਰਾਜਨੀਤੀ ਹੈ, ਤੇ ਉਹ ਖੁਦਗਰਜੀ ਦੀ ਰਾਜਨੀਤੀ ਦਾ ਸਿੱਟਾ ਹੈ ਕਿ ਕੌਮ ਅੱਜ ਬਹੁਤ ਬੁਰੀ ਤਰ੍ਹਾਂ ਸੰਤਾਪ ਭੋਗ ਰਹੀ ਹੈ। ਮੈਂ ਸਰਦਾਰ ਗੁਰਚਰਨ ਸਿੰਘ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਯਤਨ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਲਈ, ਹੋਰ ਪੰਥਕ ਮਸਲਿਆਂ ਲਈ ਲਗਾਤਾਰ ਉੱਥੇ ਬੈਠ ਕੇ 7 ਮਹੀਨਿਆਂ ਤੋਂ ਆਪਣਾ ਚੰਡੀਗੜ੍ਹ ਤੇ ਮੋਹਾਲੀ ਦੇ ਮਤਲਬ ਆਪਣਾ ਜਿਹੜਾ ਹੱਦਬੰਦੀ ਉਹਦੇ ਤੇ ਬੈਠ ਕੇ ਲਗਾਤਾਰ ਪੰਥ ਨੂੰ ਦਿੱਤਾ, ਸਰਕਾਰਾਂ ਨੂੰ ਜਗਾਉਣ ਦਾ ਯਤਨ ਕੀਤਾ, ਹਿਊਮਨ ਰਾਈਟਸ ਨੂੰ ਜਗਾਉਣ ਦਾ ਯਤਨ ਕੀਤਾ। ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ। ਜੀ ਜੀ। ਦੂਸਰੀ ਗੱਲ ਮੈਂ ਕਹਿ ਕੇ ਸਮਾਪਤੀ ਕਰਨੀ ਚਾਹੁੰਦਾ, ਮੈਂ ਦਾਦੂਵਾਲ ਸਾਹਿਬ ਨੂੰ ਇੱਕ ਬੇਨਤੀ ਕਰਾਂਗਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਦੇ ਧੜੇ ਨਾਲ ਕੇਵਲ ਮੇਰਾ ਖਿਆਲ ਹੈ ਵੀ 10-12% ਸਿੱਖ ਉਹਨਾਂ ਦੇ ਕੋਲ ਨੇ। ਬਾਕੀ ਜੇ ਤੁਸੀਂ ਯਤਨ ਕਰੋ 90% ਸਿੱਖ ਜਿਹੜਾ ਹੈ ਉਹ ਬਾਦਲ ਦੇ ਧੜੇ ਦੇ ਵਿਰੋਧ ਵਿੱਚ ਖਲੋਤਾ ਹੈ। ਪਰ ਬਦਕਿਸਮਤੀ ਇਹ ਹੈ ਕਿ ਜਿਹੜਾ 90% ਸਿੱਖ ਹੈ ਉਹਨਾਂ ਨੇ ਵੱਖ-ਵੱਖ ਧੜੇ ਬਣਾਏ ਹੋਏ ਨੇ। ਜੇ ਸਾਰਾ ਪੰਥ 90% ਇਕੱਠਾ ਹੋ ਕੇ ਬਾਦਲ ਦੇ ਵਿਰੋਧ ਵਿੱਚ ਇੱਕ ਪੰਥਕ ਧਿਰ ਜਿਹੜੀ ਹੈ ਉਹ ਖੜੀ ਕਰੇ, ਮਜ਼ਬੂਤ ਇੱਕ ਲੀਡਰ ਪੈਦਾ ਕਰਨ ਦਾ ਯਤਨ ਕਰ ਲਵੇ, ਤਾਂ ਮੈਂ ਸਮਝਦਾ ਸਰਕਾਰਾਂ ਵੀ ਸਾਡੇ ਅੱਗੇ ਝੁਕ ਸਕਦੀਆਂ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਉਹਦੇ ਪੁੱਤਰ ਤੇ ਬਾਦਲ ਰੱਖੀ ਜਾ ਸਕਦੀ ਸੀ ਤੇ ਨਾ ਉਹਦੇ ਪੁੱਤਰ ਤੇ ਆਸ ਰੱਖੀ
ਕੀਤੀ ਜਾ ਸਕਦੀ ਹੈ। ਲੋੜ ਇਸ ਗੱਲ ਦੀ ਹੈ ਪੰਜੋਰੀ ਸਾਹਿਬ ਤੁਹਾਡਾ ਕਿ ਅਸੀਂ ਆਪਣੇ ਮਸਲੇ ਜਿਹੜੇ ਨੇ ਉਹਨਾਂ ਪ੍ਰਤੀ ਜਦੋਜਹਿਦ। ਮਿਹਰਬਾਨੀ, ਤੁਹਾਡਾ ਵਿਊ ਪੁਆਇੰਟ ਆ ਗਿਆ ਪੰਜੋਰੀ ਸਾਹਿਬ, ਥੈਂਕ ਯੂ ਵੈਰੀ ਮਚ। ਮੈਂ ਇਹ ਗੱਲ ਦੂਜਪਾਲ ਸਾਹਿਬ ਨੂੰ ਚੇਚੇ ਤੌਰ ਤੇ ਕਹਿਣੀ ਚਾਹੁੰਦਾ ਕਿ ਉਹ ਤੁਹਾਡਾ ਵਿਊ ਪੁਆਇੰਟ ਆ ਗਿਆ ਪੰਜੋਰੀ ਸਾਹਿਬ। ਆਪਾਂ ਅੱਗੇ ਫਿਰ ਇਸ ਮੁੱਦੇ ਤੇ ਤੁਹਾਡੇ ਨਾਲ ਸਵਾਲ ਲੈਣੇ ਆ, ਮਿਹਰਬਾਨੀ। ਧਾਲੀਵਾਲ ਸਾਹਿਬ, ਜਿਸ ਮਾਮਲੇ ਤੇ ਆਪਾਂ ਗੱਲ ਦੇਖੋ, ਪੰਥਕ ਆਗੂਆਂ ਨੂੰ ਵੀ ਤੁਸੀਂ ਸੁਣਿਆ, ਜਿਸ ਕਦਰ ਜਿਹੜਾ ਹੈਗਾ ਗੁਰੂ ਗ੍ਰੰਥ ਦੀ ਬੇਅਦਬੀ ਦੀ ਗੱਲ ਕਰ ਲਈਏ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲਈਏ, ਤੁਸੀਂ ਵੀ ਪੰਜਾਬੀ ਹੋ, ਦਹਾਕਿਆਂ ਤੋਂ ਕਿਸ ਕਦਰ ਨਿਆਂ ਤੇ ਇਨਸਾਫ ਦੇ ਲਈ ਲੜਾਈ ਲੜੀ ਜਾ ਰਹੀ ਹੈ। ਅੱਜ ਦਾ ਦਿਨ ਤਾਂ ਸਿੰਬੋਲਿਕ ਹੋ ਨਿਬੜਿਆ ਜਦੋਂ ਇਸ ਦਿਨ ਦੇ ਉੱਤੇ ਰੋਸ ਪ੍ਰਗਟਾਵੇ ਦੀ ਗੱਲ ਕੀਤੀ ਜਾ ਰਹੀ ਹੈ। ਕਿਧਰੇ ਸਵਾਲ ਇਹ ਵੀ ਉੱਠ ਰਿਹਾ, ਦੇਖੋ ਭਾਜਪਾ ਬੜੀ ਸ਼ਕਤੀਸ਼ਾਲੀ ਧਿਰ ਹੈ, ਕੇਂਦਰ 'ਚ ਸੱਤਾ 'ਚ ਹੈ, ਤੁਸੀਂ ਇੱਕੋ ਇੱਕ ਨੁਮਾਇੰਦੇ ਹੋ ਪੰਥਕ ਧਿਰਾਂ 'ਚ ਇਸ ਵੇਲੇ ਜਿਹੜੇ ਆਏ ਹੋ, ਤੁਹਾਡਾ ਧੰਨਵਾਦ ਹੈ ਇਸ ਗੱਲ ਦੇ ਲਈ। ਪਰ ਜਿਹੜਾ ਮਾਮਲਾ ਇਸ ਵੇਲੇ ਉੱਠ ਰਿਹਾ ਉਹ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਰਕਾਰ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ, ਉਹਦੇ ਵੱਲੋਂ ਵੀ ਨਹੀਂ ਨਿਭਾਈ ਜਾ ਰਹੀ। ਆਪਦੀ ਗੱਲ ਸ਼ੁਰੂ ਕਰਦਾ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਤੋਂ ਜੀ। ਉਹਨਾਂ ਨੇ ਜੋ ਗੱਲ ਰੱਖੀ ਤੁਹਾਡੇ ਦਰਸ਼ਕਾਂ ਦੇ ਸਾਹਮਣੇ, ਉਹ ਬਿਲਕੁਲ ਦਰੁਸਤ ਰੱਖੀ ਹੈ। ਉਸ 'ਚ ਕੋਈ ਵੀ ਮੈਂ ਉਹਨੂੰ ਫੁੱਲ ਸਪੋਰਟ ਕਰਦਾ, ਕਿਉਂਕਿ ਸਾਰਿਆਂ ਨੇ ਸੁਣੀ ਆ, ਰਿਪੀਟ ਨਹੀਂ ਕਰਨਾ ਚਾਹੁੰਦਾ। ਬਿਲਕੁਲ ਜਿਹੜਾ ਨਾ ਇਨਸਾਫੀ ਹੋਈ ਹੈ, ਔਰ ਉਹ ਨਾ ਇਨਸਾਫੀ ਜਿਹੜੀ ਹੈ, ਉਹਦਾ ਦਰਦ ਹੈ ਜਿਹੜਾ, ਉਹ ਸਭ ਤੋਂ ਪਹਿਲਾਂ ਵਾਜਪਾਈ ਸਾਹਿਬ ਨੇ ਸਮਝਿਆ। ਸਾਡੇ ਤੇ ਇਲਜ਼ਾਮ ਤਾਂ ਬਹੁਤ ਲੱਗਦੇ ਭਾਜਪਾ ਤੇ, ਪਰ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸ ਦਿੰਦਾ ਕਿ ਵਾਜਪਾਈ ਸਾਹਿਬ ਨੇ ਚਿੱਠੀ ਲਿਖੀ ਸੀ ਬਾਦਲ ਸਾਹਿਬ ਨੂੰ, ਕਿਉਂ ਨਾ ਬੰਦੀ ਸਿੰਘ ਛੱਡ ਦਿੱਤੇ ਜਾਣ, ਤਾਂ ਬਾਦਲ ਸਾਹਿਬ ਨੇ ਜਵਾਬ ਦਿੱਤਾ ਕਿ ਭਾਈ ਇਹਦੇ ਨਾਲ ਪੰਜਾਬ 'ਚ ਮਾਹੌਲ ਖਰਾਬ ਹੋਊਗਾ। ਇਹ ਔਨ ਰਿਕਾਰਡ ਹੈ। ਉਦੋਂ ਬਾਅਦ ਮੋਦੀ ਸਾਹਿਬ ਆ ਗਏ, ਤਾਂ 2020 ਦੇ ਵਿੱਚ ਮੋਦੀ ਸਾਹਿਬ ਨੇ ਨੋਟੀਫਿਕੇਸ਼ਨ ਕਰਤਾ, ਔਰ 12 ਦੇ ਕਰੀਬ ਮੇਰੇ ਖਿਆਲ 'ਚ ਪ੍ਰੋਪਰ ਮੇਰੇ ਕੋਲੇ ਡਾਟਾ ਸੀਗਾ, ਪਹਿਲਾਂ ਮੈਂ ਹੁਣ ਸਰਚ ਆਊਟ ਕਰ ਰਿਹਾ ਸੀ, ਹੈ ਨਹੀਂ ਸੀ ਨਾਮ ਸਾਰੇ, ਉਹ ਬੰਦੀ ਸਿੰਘ ਰਿਹਾ ਵੀ ਹੋਏ। ਬਾਕੀ ਜਿਹੜੇ ਨਹੀਂ ਰਿਹਾ ਹੋ ਪਾਏ, ਉਹ ਪ੍ਰੋਪਰ ਲਿਸਟ ਤਾਂ ਹੋਏਗੀ ਸਾਰੀ ਜਿਹੜੀ ਸੰਚਾਲਕਾਂ ਕੋਲੇ। ਉਹਦੇ ਜਿਹੜੇ ਕਾਰਨ ਕੀ ਆ, ਉਹ ਤੁਹਾਡੇ ਦਰਸ਼ਕਾਂ ਨੂੰ ਪਤਾ ਹੋਣੇ ਚਾਹੀਦੇ। ਪਹਿਲਾ ਕਾਰਨ ਹੈ ਕਾਂਗਰਸ ਗਵਰਨਮੈਂਟ ਦੇ ਜਿਹੜੇ ਨੁਮਾਇੰਦੇ ਹੈ, ਜਿਨ੍ਹਾਂ ਤੇ ਕੇਸ ਹੈ, ਜਿਵੇਂ ਆਪਣੇ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਕੇਸ ਹੈ, ਦੂਜਿਆਂ ਤੇ ਕੇਸ ਹੈ, ਉਹ ਲੋਕ ਜਿਹੜੇ ਹੈਗੇ ਆ ਉਹ ਮੁੱਕਰ ਗਏ। ਪਹਿਲਾਂ ਉਹ ਕਿਸਾਨ ਅੰਦੋਲਨ ਵੇਲੇ ਕਹਿੰਦੇ ਸੀ ਕਿ ਅਸੀਂ ਤਾਂ ਜੀ ਕੇਸ ਵਾਪਸੀ ਲੈ ਲਾਂਗੇ, ਮੁੜ ਕੇ ਜਿਹੜੇ ਹੈਗੇ ਆ ਉਹ ਖੜੇ ਹੋ ਗਏ ਉਹਦੇ ਖਿਲਾਫ ਜਾ ਕੇ। ਅੱਛਾ, ਜਿਹੜੇ ਪ੍ਰੋਫੈਸਰ ਦਰਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੈ, ਉਹਦੇ 'ਚ ਆਮ ਆਦਮੀ ਪਾਰਟੀ ਬਹੁਤ ਵੱਡਾ ਡਿੱਕਾ ਬਣੀ ਹੋਈ ਹੈ। ਉਹ ਕੋਈ ਮੌਕਾ ਤਲਾਸ਼ ਰਹੇ ਆ ਵੀ ਜਦੋਂ ਮੌਕਾ ਆਏਗਾ ਉਦੋਂ ਸ਼ਾਇਦ ਉਹ ਇਸ ਤੇ ਕੋਈ ਕੰਮ ਕਰਨਗੇ। ਉਹਨਾਂ ਨੇ ਉਸ ਤਰੀਕੇ ਨਾਲ ਆਪਦੇ ਰਾਜਨੀਤਿਕ ਫਾਇਦੇ ਲਈ, ਕਿਉਂਕਿ ਆਪਣੇ ਕੋਲ ਕੋਈ ਨੁਮਾਇੰਦਾ ਨਹੀਂ, ਮੈਨੂੰ ਲੱਗਦਾ, ਮੇਰਾ ਨਿੱਜੀ ਵਿਚਾਰ ਹੈ ਕਿ ਉਹਨਾਂ ਨੂੰ ਜਿਹੜਾ ਹੈਗਾ ਲੱਗਦਾ ਕਿ ਤਾਂ ਹੀ, ਕਿਉਂਕਿ ਜਦੋਂ ਉੱਤੋਂ ਨੋਟੀਫਿਕੇਸ਼ਨ ਹੋ ਗਿਆ ਜਿਸ ਗੱਲ ਲਈ, ਕੇਂਦਰ ਸਰਕਾਰ ਕਹਿੰਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡੋ, ਤਾਂ ਫਿਰ ਉਹ ਕਿਉਂ ਨਹੀਂ ਛੱਡ ਰਹੇ? ਉਹਦੇ ਵਿੱਚ ਜਿਹੜਾ ਇਹ ਸਾਰੀਆਂ ਸਾਡੇ ਪ੍ਰਤੀ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਪ੍ਰਤੀ ਭ੍ਰਾਂਤੀ ਜ਼ਰੂਰ ਫੈਲਾਈ ਜਾਂਦੀ ਹੈ ਕਿ ਸਿੱਖ ਮਸਲਿਆਂ ਤੇ ਗੰਭੀਰ ਨਹੀਂ। ਮੇਰੇ ਖਿਆਲ ਦੇ ਵਿੱਚ ਸਿੱਖ ਮਸਲਿਆਂ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਗੰਭੀਰ ਹੈ। ਉਹਨਾਂ ਨੇ ਕਾਲੀ ਸੂਚੀ ਦਾ ਖਾਤਮਾ, ਬੰਦੀ ਸਿੰਘਾਂ ਦੀ ਰਿਹਾਈ, 84 ਦਾ ਇਨਸਾਫ, ਮੋਦੀ ਸਾਹਿਬ ਨੇ ਪਿਛਲੇ 9.5 ਸਾਲਾਂ 'ਚ ਸਾਰੇ ਵਿਸ਼ੇ ਟੱਚ ਕੀਤੇ। ਥੋੜੇ ਜਿੰਨਾ ਉਹਨਾਂ ਤੋਂ ਮੱਲਮ ਲਾਈ ਗਈ ਉਹਨਾਂ ਨੇ ਕੋਸ਼ਿਸ਼ ਕੀਤੀ, ਕਿਉਂਕਿ ਜ਼ਖਮ ਗਹਿਰੇ ਹੈ। ਇਹਨਾਂ ਤੇ ਮੱਲਮ ਨਾਲ ਇੰਨੀ ਜਲਦੀ ਆਰਾਮ ਨਹੀਂ ਹੋ ਸਕਦਾ ਕਿ ਇੱਕੋ ਦਮ ਆਰਾਮ ਆ ਜਾਊਗਾ, ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕੇ ਬਹੁਤ ਜਿਹੜੀ ਹੈ ਉਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਹੱਕ ਹੈ ਉਹਨੂੰ ਵੀ, ਉਹ ਵੀ ਕੌਮ ਨੂੰ ਦੇਣਾ ਚਾਹੀਦਾ। ਕਹਿਣਾ ਚਾਹੀਦਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਹੈਗਾ ਇੰਨਾ ਕੰਮ ਕੀਤਾ ਤੇ ਇੰਨਾ ਕੰਮ ਆਹ ਲੋਕਾਂ ਕਰਕੇ ਖੜਾ ਹੈ, ਇਹ ਲੋਕ ਜ਼ਿੰਮੇਵਾਰ ਹੈ। ਉਹ ਜਦੋਂ ਅਸੀਂ ਸਰਕਾਰਾਂ 'ਚ ਲਵੇਟ ਦਿੰਦੇ ਆ ਕਿ ਕੰਬਲੀ 'ਚ, ਤਾਂ ਉਹ ਜਿਹੜਾ ਕਿਤੇ ਨਾ ਕਿਤੇ ਇਨਸਾਫ ਮਿਲ 'ਚ ਵੀ ਤੇ ਦੂਜੇ ਪਾਸੇ ਉਹਨਾਂ ਨੂੰ ਰਾਜਨੀਤੀ ਕਰਨ ਦਾ ਵੀ ਜਿਹੜਾ ਹੈਗਾ ਉਹ ਮੌਕਾ ਦੂਜੀਆਂ ਪਾਰਟੀਆਂ ਨੂੰ ਸਾਰੀਆਂ ਨੂੰ ਮਿਲ ਜਾਂਦਾ ਕਿ ਵਿੱਚੇ ਭਾਜਪਾ ਵਾਲੇ ਰਗੜੇ ਗਏ, ਭਾਵੇਂ ਉਹਨਾਂ ਨੇ ਕੀਤਾ ਸੀ, ਭਾਵੇਂ ਉਹਨਾਂ ਨੇ ਨੋਟੀਫਿਕੇਸ਼ਨ ਵੀ ਦਿੱਤਾ ਸੀ, ਹੁਣ ਤਾਂ ਸਾਰੇ ਹੀ ਰਗੜੇ ਗਏ। ਧਾਲੀਵਾਲ ਸਾਹਿਬ, ਧਾਲੀਵਾਲ ਸਾਹਿਬ ਆਈ ਐਮ ਸੌਰੀ ਵਿੱਚੋਂ ਟੋਕਣ ਲੱਗਿਆ। ਦੇਖੋ, ਅੱਜ ਤਾਂ ਹੋਰ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਹੈ, ਇਹ ਨਹੀਂ ਕਿ ਇਤਫਾਕ ਦੀ ਗੱਲ ਹੈ, ਬਕਾਇਦਾ ਫੈਸਲਾ ਕਰਕੇ ਹੋਇਆ ਕਿ ਵੀ ਤੁਹਾਨੂੰ ਹੀ ਇਸ ਡਿਬੇਟ ਦਾ ਹਿੱਸਾ ਬਣਾਇਆ ਜਾਵੇ ਜਵਾਬਦੇਹੀ ਦੇ ਲਈ, ਕਿਉਂਕਿ ਤੁਹਾਡਾ ਜਿਹੜਾ ਜਵਾਬ ਹੈ ਉਹ ਬੜਾ ਮੀਨਿੰਗਫੁਲ ਹੈ, ਕੋਈ ਮਹਿਣਾ ਰੱਖਦਾ ਹੈ। ਇਸ ਕਰਕੇ ਪੰਥਕ ਤਰ੍ਹਾਂ ਦੇ ਆਗੂਆਂ ਦੇ ਜਿਹੜੇ ਸਵਾਲ ਹੈ ਉਹ ਸਵਾਲਾਂ ਦਾ ਜਵਾਬ ਵੀ ਤੁਸੀਂ ਦੇਣਾ। ਦੇਖੋ, ਕਾਂਗਰਸ ਨੇ ਜੋ ਕੀਤਾ, ਆਪਾਂ ਦੇਸ਼ ਦੇ ਸਾਹਮਣੇ ਜੋ ਕੁਝ ਵਾਪਰਿਆ, ਆਪਾਂ ਲੰਮਾ ਚੌੜਾ ਮਾਮਲਾ, ਉਸ ਮਾਮਲੇ 'ਤੇ ਅੱਜ ਬਹਿਸ ਦਾ ਮੁੱਦਾ ਨਹੀਂ ਹੈਗਾ, ਪਰ ਫਿਰ ਵੀ ਕਿਧਰੇ ਤਵੱਕੋਂ ਕੀਤੀ ਜਾਂਦੀ ਹੈ ਕਿ ਕੇਂਦਰ ਦੀ ਸਰਕਾਰ
ਅਹਿਮ ਭੂਮਿਕਾ ਨਿਭਾ ਸਕਦੀ ਹੈ ਇਹਨਾਂ ਮਾਮਲਿਆਂ ਦੇ ਅੰਦਰ? ਫਿਰ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸ ਚੁੱਕਿਆ, ਇਕੱਲੀ ਨਿਭਾ ਸਕਦੀ ਨਹੀਂ, ਅਸੀਂ ਨਿਭਾਈ ਹੈ ਔਰ ਅਸੀਂ ਗੰਭੀਰ ਹੈ ਇਸ ਮਾਮਲੇ ਦੇ ਵਿੱਚ। ਅੱਗੋਂ ਵੀ ਜਿਹੜਾ ਹੈਗਾ ਅਸੀਂ ਜਿੰਨਾ ਸਾਡੇ ਕੋਲੋਂ ਬਣਦਾ ਹੋਊਗਾ ਅਸੀਂ ਮੋਰਚੇ ਨੂੰ ਸਪੋਰਟ ਕਰਾਂਗੇ, ਔਰ ਜਿੱਥੇ ਜਿੱਥੇ ਕਿਤੇ ਵੀ ਜਿਹੜੀ ਜ਼ਰੂਰਤ ਹੈ, ਸਾਡੀ ਜ਼ਰੂਰਤ ਹੈ, ਕੇਂਦਰ ਸਰਕਾਰ ਦੀ ਜ਼ਰੂਰਤ ਹੈ, ਸਾਡੇ ਸਾਰੇ ਲੀਡਰ ਜਿਹੜੇ ਹੈਗੇ ਆ ਇਸ ਗੱਲ ਲਈ ਵਚਨਬੱਧ ਹੈ ਕਿ ਜਿਹੜੇ ਆਪਦੀਆਂ ਪੂਰੀਆਂ ਕਰ ਚੁੱਕੇ ਆ ਸਜ਼ਾਵਾਂ, ਉਹਨਾਂ ਲੋਕਾਂ ਨੂੰ ਜਿਹੜਾ ਰਿਹਾਈ ਹੈ ਜਲਦੀ ਮਿਲਣੀ ਚਾਹੀਦੀ। ਇੱਕ ਸਵਾਲ ਮੈਂ ਅੱਗੇ ਮਹਿਮਾਨਾਂ ਵੱਲ ਫੇਰ ਆਉਣਾ ਹੈ ਧਾਲੀਵਾਲ ਸਾਹਿਬ, ਕਿਉਂਕਿ ਤੁਹਾਡਾ ਸਵਾਲ ਜਿਹੜਾ ਜਵਾਬ ਵੀ ਬੜਾ ਮੀਨਿੰਗਫੁਲ ਹੁੰਦਾ ਹੈ, ਅਹਿਮੀਅਤ ਰੱਖਦਾ ਹੈ। ਜਿੱਦਾਂ ਹੁਣ ਆਪਾਂ ਗ੍ਰਹਿ ਮੰਤਰਾਲੇ ਦੀ ਗੱਲ ਕਰਦੇ ਹਾਂ, ਜਿੱਦਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਦੂਜੇ ਸਟੇਟਾਂ ਨਾਲ ਵੀ ਸੰਬੰਧਿਤ ਹੈ, ਕੋਈ ਕੇਂਦਰ ਕਿਧਰੇ ਨਾ ਕਿਧਰੇ ਕੋਆਰਡੀਨੇਸ਼ਨ ਦੇ ਤੌਰ ਤੇ ਕੋਈ ਦੇਸ਼ ਵੀ ਦੇ ਸਕਦਾ ਹੈ, ਭੂਮਿਕਾ ਵੀ ਨਿਭਾ ਸਕਦਾ ਹੈ। ਜੋ ਰੋਲ ਭੂਮਿਕਾ ਨਿਭਾਇਆ ਜਾਵੇ ਤਾਂ ਸ਼ਾਇਦ ਇਹਦੇ ਨਤੀਜੇ ਸਾਰਥਕ ਆ ਸਕਦੇ ਆਉਣ ਵਾਲੇ ਸਮੇਂ 'ਚ। ਮੈਂ ਸਿੱਧੂ ਸਾਹਿਬ ਤੁਸੀਂ ਬੜਾ ਅੱਛਾ ਕੁਐਸਚਨ ਕੀਤਾ ਔਰ ਸਾਰੇ ਮੇਰੇ ਤੋਂ ਤਵੱਕੋਂ ਕਰਦੇ ਹੋਣਗੇ ਇਸ ਗੱਲ ਦੀ। ਪ੍ਰਧਾਨ ਮੰਤਰੀ ਦੇ ਨੋਟੀਫਿਕੇਸ਼ਨ ਤੋਂ ਵੱਧ ਕੀ ਹੁੰਦਾ? ਪ੍ਰਧਾਨ ਮੰਤਰੀ ਨੇ ਨੋਟੀਫਿਕੇਸ਼ਨ ਕਰਤਾ, ਇਹਨਾਂ ਨੇ ਮੰਨਿਆ ਹੀ ਨਹੀਂ, ਥੱਲੜਿਆਂ ਨੇ। ਉਹ ਹਜੇ ਤੱਕ ਇਹਨਾਂ ਨੇ ਮੰਨਿਆ ਨਹੀਂ ਹੈਗਾ। ਉਹਦੇ ਵਿੱਚ ਰੋਜ਼ ਕੋਈ ਨਾ ਕੋਈ ਘੁੰਡੀ ਪਾ ਕੇ ਭੇਜ ਦਿੰਦੇ ਆ ਜੀ, ਪੰਜਾਬ 'ਚ ਮਾਹੌਲ ਖਰਾਬ ਹੋ ਜਾਊਗਾ, ਇਹਦੀ ਜ਼ਿੰਮੇਵਾਰੀ ਫਲਾਨਾ ਬੰਦਾ ਚੱਕ ਲੇ, ਇਹ ਬੰਦੇ ਨੂੰ ਛੱਡਿਆ ਤਾਂ ਐਂ ਹੋ ਜਾਊਗਾ। ਉਹ ਘਮਾਈ ਫਿਰਦੇ ਆ ਉਹਨੂੰ, ਔਰ ਉਹਦੇ 'ਚ ਸਾਡਾ ਕਿਤੇ ਕੋਈ ਕਿਸੇ ਸਰਕਾਰ ਦਾ ਰੌਲਾ ਨਹੀਂ ਹੈਗਾ। ਜਾਂ ਤਾਂ ਆਮ ਆਦਮੀ ਪਾਰਟੀ ਹੈ ਜਾਂ ਕਿਤੇ ਕਾਂਗਰਸ ਹੈ, ਉਹਨਾਂ ਦਾ ਜਿਹੜਾ ਹੈਗਾ ਮੇਜਰ ਰੋਲ ਹੈ। ਚਲੋ ਧਾਲੀਵਾਲ ਸਾਹਿਬ, ਜਿਹੜਾ ਹੈਗਾ ਬਹਿਸ ਹੋਰ ਪਾਸੇ ਨੂੰ ਚੱਲ ਜਾਏਗੀ। ਸਵਾਲ ਇਹ ਪੈਦਾ ਹੁੰਦਾ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਕਿਸ ਤਰੀਕੇ ਨਾਲ ਜਾ ਕੇ ਜਿਹੜਾ ਪੰਜਾਬ ਵਾਲਿਆਂ ਨੂੰ ਅਸਾਮ ਦੇ ਵਿੱਚ ਉੱਥੇ ਡਿਬਰੂਗੜ੍ਹ ਜੇਲ੍ਹ ਤੇ ਉਹਨਾਂ 'ਚ ਸੁੱਟਿਆ ਜਾਂਦਾ ਹੈ। ਕਿਧਰੇ ਸਵਾਲ ਤਾਂ ਉੱਠਦੇ ਆ ਕਿ ਇਸ ਮਾਮਲੇ ਤੇ ਕੋਆਰਡੀਨੇਸ਼ਨ ਬੜੀ ਜਲਦੀ ਹੋ ਜਾਂਦੀ ਹੈ, ਜਿੱਥੇ ਨਿਆਂ ਤੇ ਇਨਸਾਫ ਦੀ ਗੱਲ ਹੈ ਉੱਥੇ ਵੀ ਇਹੀ ਤਵੱਕੋਂ ਕੀਤੀ ਜਾਂਦੀ ਹੈ। ਖੈਰ, ਮੈਂ ਫੇਰ ਆਣਾ ਇਸ ਮੁੱਦੇ ਤੇ, ਆਪਾਂ ਜਵਾਬ ਲੈ ਲਈਏ ਦਾਦੂਵਾਲ ਸਾਹਿਬ। ਇੱਕ ਲਾਈਨ ਦੇ ਦਿਆਂ, ਬਸ ਇੱਕ ਲਾਈਨ ਦੇ ਦਿਆਂ। ਬਿਲਕੁਲ ਦੇਖ, ਸਿਰਫ ਸਿੰਗਲ ਲਾਈਨ ਦੀ ਗੱਲ ਮੈਂ ਕਰਦਾ ਜੀ। ਉਹਨਾਂ ਹੀ ਤਵੱਕੋ ਕੀਤੀ ਗਈ ਜਿਹੜੇ ਜੇ ਅਸੀਂ 2014 ਚ ਆਏ ਸੀ ਤਾਂ ਅਸੀਂ 2020 6 ਸਾਲਾਂ ਦੇ ਵਿੱਚ ਜਿਹੜੇ ਪਿਛਲੇ 25 ਸਾਲਾਂ ਦੇ ਮਸਲੇ ਰਟਕਦੇ ਸੀ ਅਸੀਂ ਪੂਰੇ ਕੀਤੇ ਆ। ਔਰ ਫਿਰ ਵੀ ਸਾਨੂੰ ਜਿਹੜਾ ਕਟਹਿਰੇ 'ਚ ਖੜਾ ਕੀਤਾ ਜਾਂਦਾ। ਜੀ ਮਿਹਰਬਾਨੀ, ਤੁਹਾਡਾ ਵਿਊ ਪੁਆਇੰਟ ਵੀ ਆ ਗਿਆ। ਦਾਦੂਵਾਲ ਸਾਹਿਬ, ਇੱਕ ਵੱਡਾ ਸਵਾਲ ਜੋ ਪੰਜੋਲੀ ਜੀ ਨੇ ਵੀ ਗੱਲ ਕੀਤੀ ਹੈ, ਦੇਖੋ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਇੱਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੀ ਆਪਾਂ ਗੱਲ ਕਰੀਏ, ਵੱਡੇ ਮੁੱਦੇ ਆ। ਨਿਆਂ ਤੇ ਇਨਸਾਫ ਲਈ ਦਹਾਕਿਆਂ ਤੋਂ ਇੱਦਾਂ ਹੀ 84 ਦੇ ਕਤਲੇਆਮ ਦੀ ਗੱਲ ਕਰਦੇ ਤੇ ਅੱਜ ਤੱਕ ਵੀ ਕਚਹਿਰੀਆਂ ਦੇ ਵਿੱਚ ਜੇ ਕਿਸੇ ਇੱਕ ਦੋ ਨੂੰ ਇੱਦਾਂ ਦੀਆਂ ਸਜ਼ਾਵਾਂ ਦੀ ਗੱਲ ਆਉਂਦੀ ਹੈ ਤਾਂ ਮੀਡੀਆ ਦੇ ਅੰਦਰ ਵੱਡੀ ਪੱਧਰ 'ਤੇ ਕਿ ਦੇਖੋ ਕਿੱਦਾਂ ਦਾ, ਜਿੱਥੇ ਹਜ਼ਾਰਾਂ ਨਿਹੱਕੇ ਲੋਕ ਮਾਰੇ ਗਏ, ਉੱਥੇ 2-4 ਦੀ ਸਜ਼ਾਵਾਂ ਦੀ ਗੱਲ ਆਉਂਦੀ ਹੈ ਤੇ ਕਿਵੇਂ ਫਲੈਸ਼ ਹੁੰਦੀ ਹੈ ਇਹ ਗੱਲ ਕਿ ਵੱਡੀ ਪੱਧਰ 'ਤੇ ਸਜ਼ਾ ਦੀ ਗੱਲ, ਫਲਾਣੇ ਦਾ ਨਾਂ ਆ ਰਿਹਾ, ਫਲਾਣੇ ਦਾ ਨਾਂ ਆ ਰਿਹਾ। ਦਾਦੂਵਾਲ ਸਾਹਿਬ, ਕਿਧਰੇ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਜੇ ਪੰਥਕ ਏਕਤਾ ਜਾਂ ਇਕੱਠ ਹੋਵੇ ਤਾਂ ਇੱਕ ਵੱਡਾ ਦਬਾਅ ਬਣ ਸਕਦਾ ਇਹਨਾਂ ਮੁੱਦਿਆਂ ਦੇ ਉੱਤੇ। ਔਰ ਪੰਜੋਲੀ ਜੀ ਦਾ ਕਹਿਣਾ ਕਿ ਤੁਸੀਂ ਇਸ ਮਾਮਲੇ 'ਚ ਪਹਿਲ ਕਰਕੇ ਪੰਥਕ ਧਿਰਾਂ ਨੂੰ ਇਕੱਠਾ ਕਰ ਸਕਦੇ ਹੋ, ਮੌਕਾ ਹੈਗਾ। ਜੇ ਅੱਡ ਖਿੰਡੀਆਂ ਰਹਿਣਗੀਆਂ ਧਿਰਾਂ ਤਾਂ ਨਤੀਜੇ ਸ਼ਾਇਦ ਉਸ ਤਰ੍ਹਾਂ ਸੰਭਵ ਨਾ ਹੋਣ। ਇਹ ਪੰਜੋਲੀ ਜੀ ਦਾ ਸਵਾਲ ਹੈ ਤੁਹਾਡੇ ਵੱਲ। ਕਰਨੈਲ ਸਿੰਘ ਪੰਜੋਲੀ ਹੁਣਾਂ ਨੇ ਕਿਹਾ, ਉਹ ਸੀਨੀਅਰ ਮੈਂਬਰ ਨੇ, ਅਹੁਦੇਦਾਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਮੈਂ ਉਹਨਾਂ ਦੇ ਇਸ ਵਿਚਾਰ ਦਾ ਸਵਾਗਤ ਕਰਦਾ, ਐਪਰੀਸ਼ੀਏਟ ਕਰਦਾ ਕਿ ਉਹਨਾਂ ਦੀ ਭਾਵਨਾ ਜਿਹੜੀ ਆ ਪੰਥਕ ਏਕਤਾ ਦੀ ਆ ਜੀ। ਔਰ ਮੈਂ ਇਸ ਗੱਲੋਂ ਵੀ ਐਪਰੀਸ਼ੀਏਟ ਕਰਦਾ ਕਿ ਉਹ ਸ਼੍ਰੋਮਣੀ ਕਮੇਟੀ 'ਚ ਅਹੁਦੇਦਾਰ ਹੁੰਦਿਆਂ ਵੀ, ਅਕਾਲੀ ਦਲ ਦੇ ਨਾਲ ਹੁੰਦਿਆਂ ਵੀ, ਪਾਰਟੀ ਦੇ ਵਿੱਚ ਰਹਿ ਕੇ ਵੀ ਪੰਥ ਜਿਹੜਾ ਉਹਨਾਂ ਨੇ ਉਸ ਸਮੇਂ ਵੀ ਕੌਮੀ ਵਿਚਾਰ ਜਿਹੜਾ ਉਹ ਰੱਖਦੇ ਰਹੇ ਆ। ਤੇ ਮੈਂ ਸਵਾਗਤ ਕਰਦਾ ਕਿ ਉਹਨਾਂ ਦੀ ਭਾਵਨਾ ਹਮੇਸ਼ਾ ਪੰਥਕ ਰਹੀ ਆ ਪੰਜੋਲੀ ਸਾਹਿਬ ਦੀ। ਤੋ ਇਸ ਕਾਰਨ ਕਰਕੇ ਜਿਹੜਾ ਉਹਨਾਂ ਨੇ ਕਿਹਾ, ਇਹਦੇ ਵਾਸਤੇ ਅਸੀਂ ਯਤਨਸ਼ੀਲ ਆ। ਪਿਛਲੇ ਦਿਨੀ ਚੰਡੀਗੜ੍ਹ 'ਚ ਮੀਟਿੰਗ ਵੀ ਹੋਈ ਸੀ। ਸਾਰਿਆਂ ਨੂੰ ਇਹੀ ਬੇਨਤੀ ਕਰ ਰਹੇ ਆ, ਹੌਲੀ ਮੀਟਿੰਗਾਂ ਦਾ ਜਿਹੜਾ ਦੌਰ ਅੱਗੇ ਚੱਲ ਰਿਹਾ ਕਿ ਆਪੋ ਆਪਣੀ ਈਗੋ ਛੱਡ ਕੇ ਜੋ ਬਣਦਾ ਮਾਣ ਸਨਮਾਨ ਆ, ਉਹ ਮਾਣ ਸਨਮਾਨ ਸਾਰਿਆਂ ਨੂੰ ਦਿੱਤਾ ਜਾਵੇ ਤੇ ਇੱਕ ਪੰਥਕ ਪਲੇਟਫਾਰਮ ਜਿਹੜਾ ਉਹ ਤਿਆਰ ਹੋਵੇ। ਇਕੱਲੇ ਹੀ ਹੁੰਦੇ ਆ ਤੇ ਜਦੋਂ ਏਕਤਾ 'ਚ ਆ ਜਾਈਏ ਤਾਂ ਫਿਰ ਇੱਕ ਮੁੱਠਤਾ ਏਕਤਾ, ਜਿਵੇਂ ਅੱਜ ਚੰਡੀਗੜ੍ਹ ਦੀਆਂ ਬਹਾਲੀ ਦੀਆਂ ਸੜਕਾਂ ਦੇ ਉੱਤੇ ਪੰਥ ਨੇ ਏਕਤਾ ਦਿਖਾਈ। ਇੱਕ ਪਾਸੇ ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਰਾਗੀ ਢਾਡੀ ਪ੍ਰਚਾਰਕ, ਧਾਰਮਿਕ ਰਾਜਨੀਤਿਕ ਜਥੇਬੰਦੀਆਂ ਜਿਹੜਾ ਪੰਥ ਦਾ ਦਰਦ ਰੱਖਦੇ ਸੀ, ਅੱਜ ਆਪ ਮੁਹਾਰੇ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਆਪਣੇ ਵਹੀਕਲ ਲੈ ਕੇ ਇੱਥੇ ਪੁੱਜੇ ਹੋਏ ਸੀਗੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਸਰਦਾਰ ਧਾਲੀਵਾਲ ਸਾਹਿਬ ਨੇ ਕਿਹਾ ਬਲੈਕ ਲਿਸਟਾਂ ਖਤਮ ਕਰਨ ਦੀ ਗੱਲ ਕੀਤੀ ਹੈ ਜਾਂ ਕਰਤਾਰਪੁਰ ਲਾਂਘੇ ਦੀ ਗੱਲ, ਅਸੀਂ ਐਪਰੀਸ਼ੀਏਟ ਕਰਦੇ, ਸਵਾਗਤ ਕਰਦੇ ਹਾਂ ਕਿ ਜਿਹੜੇ ਕੰਮ ਚੰਗੇ ਕੀਤੇ ਆ, ਚਾਹੇ ਉਹ ਕੇਂਦਰ ਸਰਕਾਰ ਕਰੇ ਚਾਹੇ ਪੰਜਾਬ ਸਰਕਾਰ ਕਰੇ, ਉਹਦਾ ਸਵਾਗਤ ਆ।
ਪਰ ਜਿਹੜੇ ਐਲਾਨ ਕੀਤੇ ਆ, ਵਾਅਦੇ ਕੀਤੇ, ਉਹ ਵਫਾ ਕਿਉਂ ਨਹੀਂ ਹੋ ਰਹੇ? 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, ਕੇਂਦਰ ਸਰਕਾਰ ਨੇ ਜੋ ਵਾਅਦਾ ਕੀਤਾ, ਐਲਾਨ ਕੀਤਾ, ਉਹ ਵਾਅਦਾ ਕਿਉਂ ਨਹੀਂ ਪੂਰਾ ਹੋ ਰਿਹਾ? ਉਹਦੇ 'ਚ ਕੌਣ ਰੁਕਾਵਟ ਹੈ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੇਰੀ ਪਿਛਲੇ ਦਿਨਾਂ 'ਚ ਮੁਲਾਕਾਤ ਹੋਈ ਔਰ ਮੈਂ ਇਹੀ ਮੁੱਦੇ ਉਹਨਾਂ ਸਾਹਮਣੇ ਰੱਖੇ। ਦਿੱਲੀ ਦਾ ਜਿਹੜਾ ਦਿੱਲੀ ਸਰਕਾਰ ਦਾ ਮੁੱਦਾ ਸੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ, ਉਹਨਾਂ ਦੇ ਸਾਹਮਣੇ ਰੱਖਿਆ। ਮੀਟਿੰਗ ਵੀ ਹੋਈ, ਉਹਨਾਂ ਨੇ ਮੈਨੂੰ ਦੱਸਿਆ ਕਿ ਕੇਂਦਰ ਦੇ ਵੱਲੋਂ ਜਿਹੜੀ ਆ ਰੁਕਾਵਟ, ਜਿਹੜੇ ਕੇਂਦਰ ਦੇ ਨੁਮਾਇੰਦੇ ਆ ਨਾ, ਸੈਂਟੈਂਸ ਰਿਵਿਊ ਬੋਰਡ ਜਿਹੜਾ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ 'ਚ ਰੁਕਾਵਟ ਆ, ਕਿ ਉਹਦਾ ਫੈਸਲਾ ਨਹੀਂ ਆ ਰਿਹਾ। ਉਹਨਾਂ ਦੀ ਮੀਟਿੰਗ, ਉਹ ਕਹਿੰਦੇ ਕੇਂਦਰ ਦੇ ਜਿਹੜੇ ਨੁਮਾਇੰਦੇ ਸੀ ਉਹ ਰੁਕਾਵਟ ਬਣੇ। ਤਾਂ ਮੈਂ ਸਰਦਾਰ ਮਾਨ ਸਾਹਿਬ ਨੂੰ ਕਿਹਾ ਕਿ ਜਿਹੜੇ ਪੰਜਾਬ 'ਚ ਸਾਡੇ ਆ, ਜਿਵੇਂ ਸਰਦਾਰ ਗੁਰਮੀਤ ਸਿੰਘ ਇੰਜੀਨੀਅਰ ਨੇ ਪਟਿਆਲੇ ਦੇ, ਸਰਦਾਰ ਸ਼ਮਸ਼ੇਰ ਸਿੰਘ ਨੇ, ਸਰਦਾਰ ਲਖਵਿੰਦਰ ਸਿੰਘ ਨਾਰੰਗਵਾਲ, ਵੀ ਉਹਨਾਂ ਦੀ ਰੁਕਾਵਟ ਤਾਂ ਕੇਂਦਰ ਦੇ ਕੋਲ ਨਹੀਂ ਹੈ, ਉਹ ਤਾਂ ਤੁਸੀਂ ਰਿਹਾ ਕਰਨੇ ਆ, ਜਾਂ ਉਹਨਾਂ ਦਾ ਜਿਹੜਾ ਹੈਗਾ ਇੱਥੋਂ ਤੁਹਾਡੇ DC ਸਾਹਿਬਾਨ ਲਿਖ ਕੇ ਭੇਜ ਦਿੰਦੇ ਆ ਕਿ ਇਹਨਾਂ ਦੇ ਆਉਣ ਨਾਲ ਖਤਰਾ ਪੈਦਾ ਹੋ ਜੂ। ਇੱਥੇ ਸਰਦਾਰ ਲਾਲ ਸਿੰਘ ਅਕਾਲਗੜ੍ਹ ਆਏ ਆ, ਭਾਈ ਦਇਆ ਸਿੰਘ ਲਾਹੌਰੀਆ ਆਏ ਨੇ, ਹਰਨੇਕ ਸਿੰਘ ਭਾਪਾ ਆਏ ਨੇ, ਉਹਨਾਂ ਕਿਹੜਾ ਆ ਕੇ ਬੰਬ ਬਣਾਉਣ ਦੀਆਂ ਫੈਕਟਰੀਆਂ ਬਣਾ ਲਈਆਂ? ਆ ਕੇ ਆਪਣੇ ਪਰਿਵਾਰਾਂ 'ਚ ਰਹਿ ਰਹੇ ਆ, ਪੰਥ 'ਚ ਆ ਰਹੇ ਆ, ਖੁਸ਼ੀ ਗਮੀ 'ਚ ਜਾ ਰਹੇ ਆ, ਬੜਾ ਵਧੀਆ ਇੱਕ ਆਮ ਨਾਗਰਿਕ ਦਾ ਜੀਵਨ ਉਹ ਜਿਉ ਰਹੇ ਆ। ਇਹ ਜਿਹੜੇ ਸਾਡੇ ਬੰਦੀ ਸਿੰਘ ਆ ਜਾਣਗੇ, ਇਹਨਾਂ ਨੇ ਵੀ ਆਪਣੇ ਪੰਥ ਵਿੱਚ, ਕੌਮ ਵਿੱਚ ਆਪਣਾ ਜੀਵਨ ਜਿਹੜਾ ਪਰਿਵਾਰ 'ਚ ਬਤੀਤ ਕਰਨਾ ਵਾ। ਜਿੱਦਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹ ਕਹਿੰਦੇ ਕਿ ਤੁਸੀਂ ਉਪਰਾਲਾ ਕੀਤਾ, ਅੱਜ ਵੱਡਾ ਵਿਸ਼ਾਲ ਇਕੱਠ ਹੋਇਆ ਔਰ ਸਾਰੀਆਂ ਧਿਰਾਂ ਜਿਹੜੀਆਂ ਹੈਗੀਆਂ ਆਪਣੀਆਂ ਜਿਹੜੀਆਂ ਧਿਰਾਂ ਦੀਆਂ ਲਕੀਰਾਂ ਮਿਟਾ ਕੇ ਇਕੱਠੀਆਂ ਹੋਈਆਂ। ਕੀ ਲੱਗਦਾ ਕਿ ਭਵਿੱਖ ਦੇ ਅੰਦਰ ਇੱਦਾਂ ਦਾ ਕੁਝ ਸਿਰਜਿਆ ਜਾ ਸਕਦਾ ਜਿਹਦੇ ਨਾਲ ਧੜੇਬੰਦੀਆਂ ਖਤਮ ਕਰਕੇ ਸਾਂਝੇ ਮੁੱਦਿਆਂ 'ਤੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਕੋਈ ਸੰਭਾਵਨਾ ਬਣ ਸਕਦੀ ਹੈ? ਬਾਪੂ ਗੁਰਚਰਨ ਸਿੰਘ ਜੀ, ਦੇਖੋ, ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਜਦੋਂ 2015 'ਚ ਉਹਨਾਂ ਨੂੰ ਚੱਬੇ ਧਰਤੀ ਦੇ ਸਰਬੱਤ ਖਾਲਸਾ ਨੇ ਜਥੇਦਾਰ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੌਂਪੀ ਸੀ, ਉਸ ਤੋਂ ਪਹਿਲਾਂ ਉਹਨਾਂ ਦਾ ਇੱਕ ਉਸ ਵਿਚਾਰ ਸੀ ਕਿ ਜਦੋਂ ਤੱਕ ਕੌਮ ਇਕੱਠੀ ਨਹੀਂ ਹੁੰਦੀ ਮੈਂ ਉਹ ਪ੍ਰਵਾਨ ਨਹੀਂ ਕਰਨੀ। ਸੋ ਉਹਨਾਂ ਦਾ ਸ਼ੁਰੂ ਤੋਂ ਹੀ ਕੌਮ ਨੂੰ ਸੁਨੇਹਾ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਏ। ਸੋ ਇਸੇ ਨੂੰ ਲੈ ਕੇ ਜਿਹੜਾ ਇਹ ਮੁੱਦਿਆਂ ਤੇ, ਇਹ ਕੌਮ ਦੇ ਮੁੱਦੇ ਆ, ਕੋਈ ਨਿੱਜੀ ਕਿਸੇ ਨੇ ਇਸ ਚੋਂ ਸਵਾਰਥ ਨਹੀਂ, ਕੋਈ ਸਰਕਾਰ ਨਹੀਂ ਕੱਢਣੀ, ਇਹ ਇੱਕ ਪਲੇਟਫਾਰਮ ਬਣ ਗਿਆ ਜੀ। ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਇਸ ਮੋਰਚੇ ਵੱਲੋਂ ਵੀ ਆਓ, ਅਸੀਂ ਹਰ ਇੱਕ ਦਾ ਸਤਿਕਾਰ ਕਰਨਾ, ਇਕੱਠੇ ਹੋਣ ਦਾ ਇੱਕ ਜ਼ਰੀਆ ਬਣ ਗਿਆ ਹੈ। ਜਿੱਥੇ ਅਸੀਂ ਸਰਕਾਰਾਂ ਤੋਂ ਇਨਸਾਫ ਲੈਣਾ, ਉੱਥੇ ਸਾਡੀ ਆਪਸੀ ਜਿਹੜੀ ਇਕੱਤਰਤਾ, ਆਪਸੀ ਤਾਲਮੇਲ ਹੈ, ਉਹ ਵਧੇਗਾ। ਸੋ ਗੁਰਚਰਨ ਸਿੰਘ ਜੀ, ਇੱਕ ਸਵਾਲ ਮੈਂ ਸੌਰੀ ਵਿੱਚੋਂ ਟੋਕਣ ਲੱਗਿਆ, ਇੱਕ ਸਵਾਲ ਇਹ ਵੀ ਬਣਦਾ ਹੈ ਕਿਉਂਕਿ ਆਪਾਂ ਜਦੋਂ ਆਪਸੀ ਵਿਸ਼ਵਾਸ ਦੀ ਗੱਲ ਕਰਦੇ ਹਾਂ, ਇਕੱਤਰਤਾ ਦੀ ਗੱਲ ਕਰਦੇ ਹਾਂ, ਕਿਧਰੇ ਨਾ ਕਿਧਰੇ ਪਿਛਲੇ ਸਮੇਂ 'ਚ ਇਹ ਵੀ ਹੁੰਦਾ ਰਿਹਾ, ਜੇ ਕਿਸੇ ਦੀ ਵਿਚਾਰਧਾਰਾ ਨਹੀਂ ਮਿਲਦੀ ਸੀ ਉੱਥੇ ਉਸ ਵਿਚਾਰਧਾਰਾ ਦੇ ਆਗੂ ਆਉਂਦੇ ਆ ਤਾਂ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ, ਜਿਸ ਤਰ੍ਹਾਂ ਦਾ ਬਿਹੇਵ ਵੀ ਕੀਤਾ ਗਿਆ ਕਿ ਕਈਆਂ ਨੂੰ ਵਾਪਸ ਮੁੜਨਾ ਪਿਆ। ਇਹੋ ਜਿਹਾ ਵਰਤਾਰਾ ਵੀ ਆਪਾਂ ਨੂੰ ਰੋਕਣਾ ਪਏਗਾ, ਤਦ ਹੀ ਏਕੇ ਵੱਲ ਨੂੰ ਵਧਿਆ ਜਾ ਸਕੇਗਾ ਨਾ। ਨਹੀਂ, ਬਿਲਕੁਲ, ਅਸੀਂ ਉਹ ਜੋ ਘਟਨਾਵਾਂ ਵਾਪਰੀਆਂ ਜਾਂ ਹੋਈਆਂ ਉਹਦਾ ਅਸੀਂ ਆਪਣੇ ਆਪ, ਮੈਂ ਨਿੱਜੀ ਤੌਰ ਤੇ ਵੀ ਉਹਨੂੰ ਕਬੂਲ ਕੀਤਾ ਤੇ ਉਹਨਾਂ ਬਦਲੇ ਮਾਫੀ ਵੀ ਮੰਗੀ ਹੈ ਮੈਂ। ਦੇਖੋ, ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਇਹੀ ਸੁਨੇਹਾ ਸੀ ਵੀ ਹਰ ਇੱਕ ਜਿਹੜਾ ਵੀ ਇੱਥੇ ਆਉਂਦਾ, ਕੌਮ ਮੋਰਚੇ ਨੂੰ ਸਮਰਪਿਤ ਹੋ ਕੇ ਆਉਂਦਾ, ਉਹਦਾ ਸਤਿਕਾਰ ਕਰਨਾ। ਪਰ ਪਤਾ ਨਹੀਂ ਸਾਡੇ ਵਿੱਚ ਕਈ ਸੌੜੀ ਸੋਚ ਦੇ ਇਹੋ ਜਿਹੇ ਬੰਦੇ ਆ ਵੀ ਉਹਨਾਂ ਨੇ ਆਪਣੇ, ਦੇਖੋ ਇੱਥੇ ਅਸੀਂ ਮੁੱਦਿਆਂ ਦੀ ਗੱਲ ਕਰਨੀ ਹੈ, ਜਿਨ੍ਹਾਂ ਮੁੱਦਿਆਂ ਤੇ ਮੋਰਚਾ ਲਾਇਆ, ਅਸੀਂ ਹਰ ਇੱਕ ਦਾ ਸਤਿਕਾਰ ਕਰਨਾ। ਚਲੋ ਜੋ ਘਟਨਾਵਾਂ ਹੋਈਆਂ ਉਹਨਾਂ ਤੋਂ ਹੁਣ ਅੱਗੇ ਤੋਂ ਸਬਕ ਵੀ ਸਿੱਖਿਆ, ਉਹ ਬਿਲਕੁਲ ਨਹੀਂ ਵਾਪਰਨਗੀਆਂ। ਮੈਂ ਹੁਣ ਵੀ ਤੁਹਾਡੇ ਜਰੀਏ ਬੇਨਤੀ ਕਰਦਾ ਵੀ ਇੱਕ ਸਾਂਝਾ ਪਲੇਟਫਾਰਮ ਬਣ ਗਿਆ, ਇੱਥੇ ਆਓ, ਜੀ ਆਇਆਂ ਨੂੰ ਸਤਿਕਾਰ, ਅਸੀਂ ਹਰ ਇੱਕ ਦਾ ਸਤਿਕਾਰ ਕਰਨਾ, ਮਿਹਰਬਾਨੀ, ਤਾਂ ਕਿ ਸਾਡੀ ਕੌਮ 'ਚ ਏਕਾ ਹੋਏ ਤੇ ਅੱਗੇ ਅਸੀਂ ਜਿੰਨੇ ਵੀ ਕੌਮ ਦੇ ਮਸਲੇ ਹੈ ਉਹਨਾਂ ਨੂੰ ਇੱਕ ਗੁਰਸਿੱਖਾਂ ਵਾਂਗੂ ਬੈਠ ਕੇ ਨਾ ਉਹਨਾਂ ਨੂੰ ਮਸਲਿਆਂ ਨੂੰ ਹੱਲ ਕਰੀਏ, ਜੀ ਜੀ, ਧੰਨਵਾਦ, ਉਹਨਾਂ ਬਾਰੇ ਵਿਚਾਰ ਕਰੀਏ। ਧੰਨਵਾਦ, ਤੁਹਾਡਾ ਵਿਊ ਵੰਡਾਏਗਾ। ਪੰਜੋਲੀ ਸਾਹਿਬ, ਸਮੇਂ ਦੇ ਲਿਹਾਜ਼ ਨਾਲ ਇੱਕ ਸਵਾਲ ਤੁਹਾਡੇ ਕੋਲੋਂ ਵੀ, ਕਿਉਂਕਿ ਤੁਸੀਂ ਇਸ ਮੁੱਦੇ ਤੇ ਵੱਡਾ ਸਵਾਲ ਲਿਆਂਦਾ ਕਿ ਪੰਥਕ ਏਕਤਾ ਬਗੈਰ ਇਹਨਾਂ ਮੁੱਦਿਆਂ ਦਾ ਕੋਈ ਹੱਲ ਨਹੀਂ ਹੈ। ਦਾਦੂਵਾਲ ਜੀ ਨੇ, ਬਾਕੀ ਮਹਿਮਾਨਾਂ ਦੀ ਵੀ ਇਹੀ ਰਹਿ ਕਿ ਪੰਥਕ ਏਕਤਾ ਸੰਭਵ ਹੈ, ਹੋ ਸਕਦੀ ਹੈ। ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਲਕੀਰਾਂ, ਧੜੇਬੰਦੀਆਂ, ਉਹ ਮਿਟਾਈਆਂ ਜਾ ਸਕਦੀਆਂ ਵੱਡੇ ਪੰਥਕ ਹਿੱਤਾਂ ਲਈ?
ਇੱਕ ਗੱਲ ਤਾਂ ਮੈਂ ਪਹਿਲਾਂ ਧਾਰੀਵਾਲ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਜੀ। ਇਹ ਬੀਜੇਪੀ ਦੀ ਨੁਮਾਇੰਦਗੀ ਕਰਨ ਲਈ ਇੱਥੇ ਸੁਭਾਈਮਾਨ ਨੇ। ਕਾਲੀ ਸੂਚੀ ਬਿਲਕੁਲ ਨਹੀਂ ਕਿਸੇ ਨੇ ਖਤਮ ਕੀਤੀ। ਪਹਿਲਾਂ ਕਾਂਗਰਸ ਦੀ ਸਰਕਾਰ ਵੀ ਝੂਠ ਬੋਲਦੀ ਰਹੀ, ਹੁਣ ਬੀਜੇਪੀ ਦੇ ਆਗੂ ਵੀ ਝੂਠ ਬੋਲਦੇ ਨੇ। ਮੈਂ ਪਿਛਲੇ ਦਿਨੀ ਕੈਨੇਡਾ ਗਿਆ, ਅਮਰੀਕਾ ਗਿਆ, ਉੱਥੇ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਹਿੰਦੁਸਤਾਨ 'ਚ ਨਹੀਂ ਆ ਸਕਦੇ। ਇਸ ਆਪਣਾ ਇੰਗਲੈਂਡ ਦੀ ਪਾਰਲੀਮੈਂਟ ਦਾ ਮੈਂਬਰ ਆ ਢੇਸੀ ਸਾਹਿਬ, ਉਹਨੂੰ ਏਅਰਪੋਰਟ ਦੇ ਉੱਤੇ ਅੰਮ੍ਰਿਤਸਰ ਜਿਸ ਤਰ੍ਹਾਂ ਜਲੀਲ ਕੀਤਾ ਗਿਆ ਪਾਰਲੀਮੈਂਟ ਨੂੰ, ਤੇ ਬੰਦਾ ਇਸ ਤੋਂ ਮਾੜੀ ਗੱਲ ਕਰਦੀ। ਫਿਰ ਤੁਸੀਂ ਕਾਲੀ ਸੂਚੀ ਦਾ ਜਿਉਂਦੇ ਬੰਦਿਆਂ ਲਈ ਹੈ। ਜਿਹੜਾ ਅਵਤਾਰ ਸਿੰਘ ਖੰਡਾ ਦੁਨੀਆ ਤੋਂ ਚਲਿਆ ਗਿਆ, ਉਹਦੀ ਮ੍ਰਿਤਕ ਦੇਹ ਹਿੰਦੁਸਤਾਨ 'ਚ ਨਹੀਂ ਆਉਣ ਦਿੱਤੀ ਗਈ। ਤੇ ਮੈਂ ਸਮਝਦਾ ਵੀ ਕਿਹੜੀ ਕਾਲੀ ਸੂਚੀ ਦੀ ਤੁਸੀਂ ਗੱਲ ਕਰਦੇ ਹੋ? ਕੋਈ ਕਾਲੀ ਸੂਚੀ ਹਿੰਦੁਸਤਾਨ 'ਚ ਕਿਸੇ ਨੇ ਮਾਫ ਨਹੀਂ ਕੀਤੀ। ਇਹ ਝੂਠ ਮਤਲਬ ਝੂਠਾ ਪ੍ਰਚਾਰ ਕੀਤਾ ਜਾ ਰਿਹਾ। ਆਪਾਂ ਜਵਾਬ ਲੈ ਲਈਏ ਪੰਜੋਲੀ ਸਾਹਿਬ, ਹਾਂਜੀ ਆਪਾਂ ਸਮੇਂ ਦੇ ਲਿਹਾਜ਼ ਨਾਲ ਜਵਾਬ ਲੈ ਲਈਏ। ਧਾਲੀਵਾਲ ਸਾਹਿਬ ਦੇਖੋ, ਦੋ ਤਿੰਨ ਵੱਡੀਆਂ ਗੱਲਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਦਾਦੂਵਾਲ ਜੀ ਨੇ ਗੱਲ ਕੀਤੀ ਹੈ ਕਿ ਉਹਨੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਬੋਰਡ ਬਣਿਆ ਉਹ ਬੋਰਡ ਦੇ ਵਿੱਚ ਕੇਂਦਰ ਵੱਲੋਂ ਇਸ ਤਰ੍ਹਾਂ ਦੀਆਂ ਪੇਚੀਦਗੀਆਂ ਕਿ ਜਿਹਦੀ ਵਜ੍ਹਾ ਕਰਕੇ ਡਿੱਕੇ ਬਣ ਰਹੇ ਹੈ। ਪੰਜੋਲੀ ਹੁਣੀ ਕਹਿ ਰਿਹਾ ਕਿ ਜਿਸ ਮਾਮਲੇ ਤੇ ਕਾਲੀ ਸੂਚੀ ਦੀ ਗੱਲ ਕਰਦੇ ਹਾਂ, ਕੋਈ ਕਾਲੀ ਸੂਚੀ ਖਤਮ ਨਹੀਂ ਹੋਈ, ਸਮਾਂ ਘੱਟ ਆ। ਪਰ ਇੱਕ ਗੱਲ ਪੰਜੋਲੀ ਹੁਣਾ ਨੇ ਸਿੱਧੂ ਸਾਹਿਬ, ਮੈਂ ਇੱਕ ਸਕਿੰਟ 'ਚ ਇੱਕ ਗੱਲ ਬੇਨਤੀ ਕਰਨੀ ਹੈ, ਇੱਕ ਸਕਿੰਟ 'ਚ ਜੀ। 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਸੀ ਜੀ। ਸੈਂਟਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੈ, ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਿਆ ਸੀ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਪਰ ਉਹਨਾਂ 'ਚੋਂ ਇੱਕ ਨਹੀਂ ਹੋਇਆ। 6 ਫਰਵਰੀ 2022 ਨੂੰ ਮੇਰੀ ਮੀਟਿੰਗ ਹੋਈ ਹੈ ਗਜਿੰਦਰ ਸ਼ੇਖਾਵਤ ਨਾਲ ਫਗਵਾੜੇ 'ਚ। ਵਿਜੇ ਸਾਂਪਲਾ ਜੀ ਉਸ 'ਚ ਸ਼ਾਮਲ ਸੀ, ਉਹਨਾਂ ਨੇ ਉਹ ਮੀਟਿੰਗ ਕਰਾਈ। ਚਲੋ ਕਾਫੀ 1 ਘੰਟਾ ਬੈਠ ਕੇ ਉਸ 'ਤੇ ਹੋਈ ਗੱਲਬਾਤ। ਉਹਨਾਂ ਨੇ ਕਿਹਾ ਵੀ ਸੈਂਟਰ ਸਰਕਾਰ ਦੇ ਤਾਂ ਧਿਆਨ 'ਚ ਨਹੀਂ। ਅਸੀਂ ਉਹਨਾਂ ਨੂੰ ਸਾਰੀ ਲਿਸਟ ਦਿੱਤੀ ਵੀ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ, ਇਹਨਾਂ ਦੀ ਰਿਹਾਈਆਂ ਬਣਦੀਆਂ ਸੈਂਟਰ ਸਰਕਾਰ ਰਾਹੀਂ। ਉਹਨਾਂ ਨੇ ਸਾਨੂੰ ਉਸ ਟਾਈਮ ਮੀਟਿੰਗ 'ਚ ਵਾਅਦਾ ਕਰਿਆ ਸੀ ਵੀ ਮੈਂ ਇਹ 1 ਹਫ਼ਤੇ ਦੇ ਅੰਦਰ ਅੰਦਰ ਕਰਾਉਣਾ ਅਮਿਤ ਸ਼ਾਹ ਜੀ ਨੂੰ ਕਹਿ ਕੇ। ਪਰ ਸਾਨੂੰ ਅਫਸੋਸ ਹੋਇਆ, ਦਮਦਮਾ ਸਾਹਿਬ ਜਦੋਂ ਆਏ ਆ ਉਹਨਾਂ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਰੇ ਆ ਉੱਥੇ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਗਈ ਸੀ, ਪਰ ਉਹ ਕਹਿੰਦੇ ਵੀ ਅੱਜ ਤੱਕ ਮੇਰੇ ਤਾਂ ਧਿਆਨ 'ਚ ਨਹੀਂ। ਇਸ ਕਰਕੇ ਆਪਾਂ ਜਵਾਬ ਲੈ ਲਈਏ, ਆਪਾਂ ਸਮੇਂ ਦੀ ਮਜਬੂਰੀ ਹੈ। ਬਿਲਕੁਲ ਧਾਲੀਵਾਲ ਸਾਹਿਬ, ਵੱਡਾ ਸਵਾਲ ਹੈ ਜੋ ਬਾਪੂ ਗੁਰਚਰਨ ਸਿੰਘ ਹੁਣੀ ਕਰ ਰਹੇ ਹੈ, ਜੋ SGPC ਬਾਰੇ ਕਿਹਾ ਗਿਆ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸੰਖੇਪ ਦੇ ਵਿੱਚ ਸਵਾਲ ਤੁਹਾਡੇ ਵੱਲ ਹੀ ਸਾਰੇ ਸਿੱਧਤ ਹੈ। ਧਾਲੀਵਾਲ ਸਾਹਿਬ। ਹਾਂਜੀ, ਮੈਂ ਬੜੇ ਸਤਿਕਾਰਤ ਨੇ ਪੰਜੋਲੀ ਸਾਹਿਬ, ਬਾਪੂ ਗੁਰਚਰਨ ਸਿੰਘ ਜੀ, ਮੈਂ ਦੋਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ। ਪਹਿਲੀ ਗੱਲ ਤਾਂ ਜਿਹੜੀ ਕਾਲੀ ਸੂਚੀ ਦੀ ਮੈਂ ਗੱਲ ਕੀਤੀ ਹੈ, ਕਾਲੀ ਸੂਚੀ ਬਿਲਕੁਲ ਖਤਮ ਨਹੀਂ ਹੋਈ, ਉਹ 'ਚ ਕਟੌਤੀ ਹੋਈ ਹੈ। ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ, ਨੋਟੀਫਿਕੇਸ਼ਨ ਹੋ ਗਿਆ, ਉਹਦੇ ਵਿੱਚੋਂ ਤਕਰੀਬਨ 50% ਲੋਕ ਆਏ ਹੈ, ਤਾਂ ਬਾਕੀ ਜਿਹੜੇ ਨਹੀਂ ਆਏ ਉਹ ਸਰਕਾਰਾਂ ਕਰਕੇ ਪਏ। ਅਸੀਂ ਐਫਰਟ ਕੀਤਾ, ਇਹ ਨਹੀਂ ਵੀ ਅਸੀਂ ਕੰਮ ਨਹੀਂ ਕੀਤਾ। ਹਾਂ, ਜਿਹੜੀ ਸ਼ਿਖਾਵਤ ਸਾਹਿਬ ਦੀ ਗੱਲ ਆ, ਅੱਜ ਵੀ ਮੇਰੀ ਗੱਲ ਹੋਈ ਸੀ ਜਦੋਂ ਮੈਂ ਆ ਰਿਹਾ ਸੀ ਡਿਬੇਟ ਲਈ ਤਿਆਰ ਹੋਣ ਵਾਸਤੇ, ਤਾਂ ਉਦੋਂ ਵੀ ਗੱਲ ਹੋਈ ਸੀ ਕਿਉਂਕਿ ਸ਼ਿਖਾਵਤ ਸਾਹਿਬ ਰਾਜਸਥਾਨ ਨਾਲ ਸੰਬੰਧ ਰੱਖਦੇ, ਉਹਨਾਂ ਨੂੰ ਜਿਹੜਾ ਇਹ ਖਾਸ ਤੌਰ ਤੇ ਮਸਲਾ ਸਿੱਖਾਂ ਦਾ ਹੈਗਾ ਪ੍ਰੋਪਰਲੀ ਉਹਦੇ ਬਾਰੇ ਉਸ ਵੇਲੇ ਜਾਣਕਾਰੀ ਨਹੀਂ ਸੀ। ਪਰ ਜਿੰਨੇ ਪੰਜਾਬ ਦੇ BJP ਦੇ ਨੁਮਾਇੰਦੇ ਆ ਉਹ ਇਸ ਗੱਲ ਲਈ ਗੰਭੀਰ ਆ ਔਰ ਅਸੀਂ ਨਾਲ ਆ ਮੋਰਚੇ ਦੇ, ਔਰ ਜਿੱਥੇ ਕਿਤੇ ਸਾਡੀ ਜ਼ਰੂਰਤ ਹੈ ਸਾਨੂੰ ਜਾਣ ਦਾ ਹੁਕਮ ਲਾ ਦਿਓ, ਅਸੀਂ ਜਾਣ ਨੂੰ ਤਿਆਰ ਆ ਔਰ ਨਾਲ ਖੜੇ। ਧੰਨਵਾਦ। ਧਾਲੀਵਾਲ ਸਾਹਿਬ, ਇੱਕ ਸਵਾਲ ਮੈਨੂੰ ਇਹ ਦੱਸੋ ਵੀ ਉਹ ਅਵਤਾਰ ਸਿੰਘ ਖੰਡੇ ਦੀ ਮ੍ਰਿਤਕ ਦੇ ਹਿੰਦੁਸਤਾਨ 'ਚ ਕਿਉਂ ਨਹੀਂ ਆਉਣ ਦਿੱਤੀ? ਮੈਂ ਪੰਜੋਲੀ ਸਾਹਿਬ ਜਿਹੜੀ ਤੁਸੀਂ ਗੱਲ ਰੱਖੀ, ਮੈਂ ਕਿਹਾ ਕਾਲੀ ਸੂਚੀ ਖਤਮ ਨਹੀਂ ਹੋਈ ਸਾਰੀ, ਠੀਕ ਹੈ, ਮੈਂ ਗੱਲ ਮੰਨ ਲਈ ਦਰਸ਼ਕਾਂ ਦੇ ਸਾਹਮਣੇ। ਉਹ ਜੋ ਉਹਨਾਂ ਦੇ ਕਾਨੂੰਨੀ ਪਚੜੇ ਹੈ ਉਹਦੇ ਕਰਕੇ ਪ੍ਰੋਬਲਮ ਆਈ ਹੈ, ਪਰ ਜਿੰਨਾ ਅਸੀਂ ਕੀਤਾ ਕਮ ਸੋ ਕਮ ਉਹਨਾਂ ਦਾ ਕਹਿ ਦੋ ਨਾ ਉਹਨਾਂ ਨੇ ਕੀਤਾ। ਜੀ ਜੀ, ਤੁਸੀਂ ਤਾਂ ਤੁਹਾਡੀ ਗੱਲ ਆ ਗਈ। ਆਪਾਂ ਦਾਦੂਵਾਲ ਸਾਹਿਬ ਤੋਂ ਸਵਾਲ ਹੈ, ਆਪਾਂ ਸਮੇਂ ਦੀ ਮਜਬੂਰੀ ਹੈ। ਦਾਦੂਵਾਲ ਸਾਹਿਬ। ਧਾਰੀਵਾਲ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ, BJP ਦਾ ਏਜੰਡਾ ਮਾਈਨੋਰਿਟੀ ਨੂੰ ਕੁੱਟਣਾ, ਮੈਜੋਰਿਟੀ ਨੂੰ ਖੁਸ਼ ਕਰਕੇ 2024 ਬਿਲਕੁਲ ਗੱਲ ਸਿਰਫ BJP ਨੇ ਮਜਬੂਰੀ ਹੈ। ਦਾਦੂਵਾਲ ਸਾਹਿਬ ਤੋਂ ਜਵਾਬ ਲੈ ਮਸਲੇ ਦਾਦੂਵਾਲ ਸਾਹਿਬ ਦਾ ਸਵਾਲ ਲੈ ਇਕੱਠੇ ਜਵਾਬ ਦਿਓ। BJP ਤੋਂ ਪਹਿਲਾਂ ਸਿੱਖਾਂ ਨੂੰ ਜਾਣ ਬੁੱਝ ਕੇ ਕੁੱਟਿਆ ਗਿਆ,
ਜਾਣ ਬੁੱਝ ਕੇ ਤਾਲੀਵਾਲ ਸਾਹਿਬ ਸਿੱਖਾਂ ਦੇ ਲੰਬੀ ਦਖਲ ਗੱਲ ਹੈ, ਦਿੱਤੇ ਗਏ। ਇਹ ਲੰਬੀ ਗੱਲ ਹੈ, ਸਿਰਫ ਕੁੱਟ BJP ਚਾਪੇ ਵਾਲੀ ਨੇ ਆ ਕੇ ਗੱਲ ਜਿਹੜੀ ਬਦਲ ਹੈ, ਲਈ। ਵੱਡਾ ਮਾਮਲੇ ਤੁਸੀਂ ਹੈਗੇ ਤੁਸੀਂ ਮੈਨੂੰ ਦੱਸੋ ਬਈ ਜਿਹੜਾ ਭਾਈ ਆਪਣੇ ਮੁੰਡੇ ਉੱਥੇ ਅਸਾਮ ਬੰਦ ਕੀਤੇ ਨੇ, ਉਹਨਾਂ ਨੇ ਕਿਹੜਾ ਦੇਸ਼ ਤੋੜਨ ਵਾਲੀ ਗੱਲ ਕਰ ਦਿੱਤੀ ਸੀ ਵੀ ਤੁਸੀਂ ਚੱਕ ਕੇ ਉਹਨਾਂ ਦਾ ਇਕੱਠੇ ਹੀ ਜਵਾਬ ਦੇ ਦਿਓ ਤਾਲੀਵਾਲ ਸਾਹਿਬ। ਤਾਲੀਵਾਲ ਸਾਹਿਬ ਮੇਰੀ ਬੇਨਤੀ ਹੈ, ਤਾਲੀਵਾਲ ਸਾਹਿਬ ਮੇਰੀ ਬੇਨਤੀ ਹੈ, ਦਾਦੂਵਾਲ ਸਾਹਿਬ ਤੋਂ ਸਵਾਲ ਲੈ ਲਿੱਤਾ। ਦਾਦੂਵਾਲ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਸਿੱਧੂ ਸਾਹਿਬ ਕਿ ਜੋ ਪੰਜੋਲੀ ਸਾਹਿਬ ਨੇ ਕਿਹਾ ਨਾ, ਮੈਂ ਬਿਲਕੁਲ ਉਹਦੇ ਨਾਲ 101% ਐਗਰੀ ਆ ਕਿ ਭਾਈ ਅਵਤਾਰ ਸਿੰਘ ਖੰਡਾ ਇੰਡੀਆ ਦਾ ਵਸਨੀਕ ਸੀਗਾ, ਉਹ ਇੰਗਲੈਂਡ ਦਾ ਸਿਟੀਜ਼ਨ ਨਹੀਂ ਸੀਗਾ। ਉਹ ਸਿੱਖ ਨੌਜਵਾਨ ਉੱਥੇ, ਮੈਂ ਵੀ ਕਿੰਨੀ ਵਾਰ ਇੰਗਲੈਂਡ ਗਿਆ ਤਾਂ ਉਹ ਟੀਵੀ ਦੇ ਉੱਤੇ ਇੰਟਰਵਿਊ ਕਰਦਾ, ਮੈਨੂੰ ਵੀ ਮਿਲਿਆ, ਉਹ ਇੱਕ ਟੀਵੀ ਦਾ ਐਂਕਰ ਵੀ ਸੀਗਾ। ਤਾਂ ਜਿਹਦੀ ਉਹਦੀ ਮ੍ਰਿਤਕ ਦੇਹ ਇੰਡੀਆ ਵਾਪਸ ਆਪਣੀ ਭੂਮੀ ਤੇ ਆ ਜਾਂਦੀ ਤਾਂ ਉਹਨੇ ਆ ਕੇ ਇੱਥੇ ਕਿਹੜਾ ਬੰਬਾਂ ਦੀ ਫੈਕਟਰੀ ਤਿਆਰ ਕਰਦੇ ਨਹੀਂ, ਮ੍ਰਿਤਕ ਦੇਹ ਦਾ ਸੰਸਕਾਰ ਹੀ ਕਰਨਾ ਸੀ, ਮਾਂ ਤੇ ਭੈਣ ਇੱਥੇ ਸੰਸਕਾਰ ਕਰ ਲੈਂਦੇ। ਪਰ ਇਹ ਗੈਰ ਸੰਵਿਧਾਨਿਕ ਗੱਲ ਹੋਈ ਕਿ ਉਹਨੂੰ ਇੱਥੇ ਨਹੀਂ ਆਉਣ ਦਿੱਤਾ। ਤੇ ਦੂਸਰੀ ਮੈਂ ਨਿਖੇਧੀ ਕਰਦਾ ਵਾਂ ਬ੍ਰਿਟਿਸ਼ ਸਰਕਾਰ ਦੀ, ਇੰਗਲੈਂਡ ਗਵਰਨਮੈਂਟ ਦੀ ਵੀ, ਜਿਨ੍ਹਾਂ ਨੇ ਮਾਂ ਤੇ ਭੈਣ ਨੂੰ ਉੱਥੇ ਜਾਣ ਦਾ ਵੀਜ਼ਾ ਨਹੀਂ ਦਿੱਤਾ ਕਿ ਉਹ ਆਪਣੇ ਪੁੱਤ ਦਾ ਸੰਸਕਾਰ ਮਾਂ ਜਾ ਕੇ ਉੱਥੇ ਦਰਸ਼ਨ ਕਰਕੇ ਸੰਸਕਾਰ ਕਰ ਸਕੇ। ਇੱਕ ਮੈਂ ਹੋਰ ਕਹਿਣਾ ਚਾਹੁੰਦਾ, ਧਾਲੀਵਾਲ ਸਾਹਿਬ ਅਸੀਂ ਬੜਾ ਸੁਣਦੇ ਆ ਰਹੇ ਹਾਂ, ਸਰਦਾਰ ਸਰਨਾ ਸਾਹਿਬ ਵੀ ਕਹਿੰਦੇ ਹੁੰਦੇ ਸੀ ਕਾਲੀ ਸੂਚੀ ਖਤਮ ਕਰਾਤੀ, ਬਾਅਦ ਚ ਵੀ ਕਹਿੰਦੇ ਖਤਮ ਕਰਾਤੀ। ਅੱਜ ਤੁਸੀਂ ਵੀ ਜ਼ਿਕਰ ਕੀਤਾ, ਅਸੀਂ ਐਪਰੀਸ਼ੀਏਟ ਵੀ ਕਰਦੇ, ਪਰ ਸਾਨੂੰ ਉਹ ਸੂਚੀ ਤਾਂ ਦੇ ਦਿਓ ਵੀ ਕਿਹੜੀ ਕਾਲੀ ਸੂਚੀ ਖਤਮ ਹੋਈ ਆ। ਸਾਡੇ ਤਾਂ ਅਨੇਕਾਂ ਜਲਾਵਤਨ, ਸਿੱਧੂ ਸਾਹਿਬ ਮੈਨੂੰ ਗੱਲ ਪੂਰੀ ਕਰ ਲੈਂਦੇ ਹੋ, ਗੱਲ ਪੂਰੀ ਕਰ ਲੈਂਦੇ ਹੋ। ਸਾਡੇ ਅਨੇਕਾਂ ਜਲਾਵਤਨ ਸਿੱਖ ਬੈਠੇ ਆ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨ, ਫਰਾਂਸ, ਜਿਨ੍ਹਾਂ ਕੋਲ ਪਾਸਪੋਰਟ ਹੀ ਨਹੀਂ ਹੈ। ਇੰਡੀਆ ਸਰਕਾਰ ਉਹਨਾਂ ਨੂੰ ਪਾਸਪੋਰਟ ਦੇਵੇ, ਉਹ ਆਉਣਾ ਚਾਹੁੰਦੇ ਆ। ਬਹੁਤ ਸਾਰੇ ਸਿੱਖਾਂ ਨੂੰ ਇੰਡੀਆ ਗਵਰਨਮੈਂਟ ਨੇ ਖੁਦ ਆਪਣਾ ਹਵਾਈ ਜਹਾਜ਼ਾਂ ਤੇ ਇੱਥੇ ਲਿਆ ਕੇ ਇੱਕ ਹਫ਼ਤਾ ਉਹਨਾਂ ਨੂੰ ਇੱਥੇ ਰੱਖ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਕਰਾ ਕੇ ਫਿਰ ਵਾਪਸ ਉੱਥੇ ਛੱਡ ਦਿੱਤਾ। ਪਰ ਬਹੁਤ ਸਿੱਖ ਜਿਨ੍ਹਾਂ ਕੋਲ ਪਾਸਪੋਰਟ ਹੀ ਨਹੀਂ ਹੈਗੇ, ਉਹਨਾਂ ਨੂੰ ਪਾਸਪੋਰਟ ਮੁਹੱਈਆ ਕਰਾਏ ਜਾਣ ਤਾਂ ਉਹ ਇੱਥੇ ਆ ਕੇ ਆਪਣਾ। ਥੈਂਕ ਯੂ ਦਾਦੂਵਾਲ ਜੀ, ਆਪਾਂ ਜਵਾਬ ਲੈ ਲਈਏ, ਬਹੁਤ ਮਿਹਰਬਾਨੀ, ਤੁਹਾਡੀ ਗੱਲ ਆ ਗਈ। ਤਾਲੀਵਾਲ ਸਾਹਿਬ ਇੱਥੇ ਉਹ ਜ਼ਰੂਰ ਇੱਥੇ ਆ ਸਕਣ, ਇਹ ਜ਼ਰੂਰ ਧਾਲੀਵਾਲ ਸਾਹਿਬ ਇਹ ਤੁਸੀਂ ਕਰੋ ਵੀ ਜਿਹੜੇ ਜਲਾਵਤਨ ਸਿੱਖ ਆ ਨਾ ਉਹਨਾਂ ਨੂੰ ਪਾਸਪੋਰਟ ਜਾਰੀ ਹੋ ਜਾਣ, ਉਹ ਇੱਥੇ ਆ ਕੇ ਆਪਣੀ ਧਰਤੀ ਤੇ ਦਰਬਾਰ ਸਾਹਿਬ ਨਤਮਸਤਕ ਹੋ ਸਕਣ, ਆਪਣੀ ਮਿੱਟੀ ਨੂੰ ਮੱਥੇ ਨਾਲ ਲਾ ਸਕਣ। ਤਾਲੀਵਾਲ ਸਾਹਿਬ ਮੈਂ ਜਿਹੜਾ ਦਾਦੂਵਾਲ ਸਾਹਿਬ ਨੇ ਮਸਲਾ ਉਠਾਇਆ ਤੁਹਾਡੇ ਦਰਸ਼ਕਾਂ ਦੇ ਸਾਹਮਣੇ, ਮੈਂ ਇਸ ਚੀਜ਼ ਦਾ ਵਿਸ਼ਵਾਸ ਦਿਵਾਉਣਾ ਤੁਹਾਨੂੰ ਕਿ ਇਹਨੂੰ ਅਸੀਂ ਮਾਈਨੋਰਿਟੀ ਕਮਿਸ਼ਨ ਰਾਹੀਂ ਉਠਾਵਾਂਗੇ ਔਰ ਅੱਗੇ ਲੈ ਕੇ ਜਾਵਾਂਗੇ। ਪਰ ਜਿਹੜੀ ਗੱਲ ਕਾਲੀ ਸੂਚੀ ਦੀ, ਉਹ ਵੀ ਮੈਂ ਪਹਿਲਾਂ ਰੱਖਦੀ ਕਿ ਸਾਰੀ ਨਹੀਂ ਖਤਮ ਹੋਈ, ਔਰ ਜਦੋਂ ਕੋਈ ਕਿਸੇ ਬੰਦੇ ਦੀ ਪ੍ਰੋਬਲਮ ਆਉਂਦੀ ਹੈ ਤਾਂ ਪੰਜਾਬ ਸਰਕਾਰ ਨੇ ਰਿਸਪੌਂਡ ਕਰਨਾ ਹੁੰਦਾ ਕੇਂਦਰ ਸਰਕਾਰ ਨੂੰ। ਉਹਨਾਂ ਨੇ ਜੋ ਜਿੰਨੀ ਕੁ ਖਤਮ ਹੋਈ ਆ ਧਾਲੀਵਾਲ ਸਾਹਿਬ ਉਹ ਜਾਰੀ ਹੋ ਜੇ ਵੀ ਇਹਨਾਂ ਦੀ ਖਤਮ ਹੋ ਗਈ ਹੈ, ਜਿੰਨੀ ਕੁ ਖਤਮ ਹੋਈ ਅੱਜ ਤੱਕ ਕੋਈ ਜਨਤਕ ਨਹੀਂ ਹੋਈ। ਬਿਲਕੁਲ ਆਪਾਂ ਉਹਨੂੰ ਜਨਤਕ ਕਰਾ ਸਕਦੇ ਹਾਂ। ਉਹ ਜੋ ਜਨਤਕ ਮੈਂ ਜੇ ਅਗਲੀ ਡਿਬੇਟ ਚ ਆਊਂਗਾ ਤਾਂ ਮੈਂ ਲੈ ਕੇ ਆ ਜਾਊਂਗਾ। ਬਹੁਤ ਬਹੁਤ ਮਿਹਰਬਾਨੀ। ਆਪਾਂ ਇਸ ਮੁੱਦੇ ਤੇ ਫਿਰ ਆਪਾਂ ਇਕੱਠੇ ਹੋ ਕੇ ਇਸ ਮੁੱਦੇ ਤੇ ਫਿਰ ਆਪਾਂ ਇੱਕ ਸਾਰਥਕ ਬਹਿਸ ਰੱਖਾਂਗੇ। ਸਾਰੇ ਮਹਿਮਾਨ ਜਿਹੜਾ ਉਦੋਂ ਵੀ ਆਪਾਂ ਬੇਨਤੀ ਕਰਾਂਗੇ ਦਰਸ਼ਕਾਂ ਦੇ ਲਈ, ਬਹੁਤ ਸਾਰੇ ਮਹਿਮਾਨਾਂ ਦਾ ਧੰਨਵਾਦ। ਵੱਡਾ ਮੁੱਦਾ ਪੰਜਾਬ ਦੇ ਲਈ, ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਆਖਰ ਕਿਉਂ ਨਹੀਂ ਮਿਲ ਰਹੇ ਇਨਸਾਫ। ਔਰ ਉਸ ਦਿਨ ਜਿਸ ਦਿਨ ਸਾਰਾ ਦੇਸ਼ ਜਿਹੜਾ ਆਜ਼ਾਦੀ ਦਾ 77ਵਾਂ ਦਿਹਾੜਾ ਖੁਸ਼ੀਆਂ ਨਾਲ ਮਨਾ ਰਿਹਾ, ਉਸ ਦਿਨ 'ਤੇ ਕਿਉਂ ਰੋਸ ਪ੍ਰਗਟਾਵਾ ਕਰਨਾ ਪੈ ਰਿਹਾ। ਵੱਡੇ ਸਵਾਲ, ਇਸ ਸਵਾਲ ਦਾ ਜਵਾਬ ਆਉਣ ਵਾਲੇ ਭਵਿੱਖ ਵਿੱਚ ਲੱਭਿਆ ਜਾਏਗਾ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ, ਆਪਣੇ ਸਤਿਕਾਰਤ ਮਹਿਮਾਨਾਂ ਦੇ ਆਪਾਂ ਧੰਨਵਾਦੀ ਹਾਂ। ਇੰਜੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।